देश दुनिया च वसते पंजाबियों को खुश आमदीद। मैं हरजिंदर सिंह रंधावा, तुम देख रहे हो पंजाब टैलीविजन और मेरे नाल ने सीनियर जर्नलिस्ट रजीव भास्कर जी और सरदार हमीर सिंह जी। दोनों को जी आया। बहुत बहुत शुक्रिया रंधावा जी। शुक्रिया जी बहुत बहुत। कल शाम को मुख्यमंत्री साहब गवर्नर की दावत च राज भवन ना पहुंचे। उड़ीक होंदी रही। अमन अरोड़ा जरूर सीगे, लेकिन हरियाणे के मुख्यमंत्री पंजाब के गवर्नर के सदे ते ऐ ढुक के बैठे। ये विवाद थोड़ी है, कोई किसी की मर्जी आ। फाजिलके वाल एक विआह सी, मुख्यमंत्री साहब ने तरजीह विआह नूं दित्ती, आखिर पार्टी ने काम आउणा। पर सचमुच कोई तलखियां ने गवर्नर और मुख्यमंत्री च ये सवाल जाने अणजाने दे विच फन चक लैंदा। उंज वैसे अज छुट्टी वर्गा माहौल, 26 जनवरी तो बाद 27 थोड़ी सुस्त रहिंदी है, लेकिन यूपी वालियां कसर नहीं छड्डी। चंडीगढ़ दे विच रोड शो कर रहा कि जिहड़ी कोई माड़ी मोटी इन्वेस्टमेंट पंजाब च बची है चक के लै जानी। वैसे योगी आदित्यनाथ ने एक एक पेज का इश्तिहार दे के पंजाब दे विच हर अखबार च दे के ये दर्शाया जरूर है पंजाब के सनतकारां नूं भी असीं बॉम्बे गए खाली हथ नहीं मुड़े, असीं सारे शहरां चों लखां करोड़ की इन्वेस्टमेंट लिआंदी आ। वो कमले थोड़ी सी जिहड़े इन्वेस्टमेंट दे गए। तुसीं भी सोचो पंजाब नालों बेहतर आ सी। इहदे नाल ही कल होर बहुत छोटियां छोटियां दिलचस्पियां ने। खबरां सारियां तुसीं नीज ला के देखियां, टीवी स्क्रीन ते समागम सरकारी किस्म दे हुंदे आ। बहुती वारी उन्हां च कड्ढण पाउण लई कख नहीं हुंदा, पूर्व निर्धारित हुंदे। पर सरदार हमीर सिंह जी जे किसी प्रोग्राम के उत्ते एवें ही दिलचस्पी पैदा करनी होवे ते सियाणे कहंदे मुख्यमंत्री साहब कल मालवे कन्नी ना हो के दवाबे च हुंदे। जेकर वो बठिंडे की बजाय जलंधर च हुंदे ते आउंदी जिमनी चोण तो पहला कुछ खास ऐलान कर दिंदे, लतीफपुरे वालियां नूं राहत दे सकदे सी। वैसे इत्थे भी एक जग्गो तेरवीं होई। थोड़े दिन पहला जिस पुलिस अधिकारी बारे गवर्नर ने तलख टिप्पणियां कीतियां सी, उन्होंने जलंधर च सीपी लाया ते गवर्नर साहब ने भी जलंधर च होना सी। ਉਹ ਸੀਪੀ ਕਮਿਸ਼ਨਰ ਆਫ ਪੁਲਿਸ ਕੁਲਦੀਪ ਸਿੰਘ ਚਾਹਲ ਪ੍ਰੋਗਰਾਮ 'ਚ ਕਿਤੇ ਦਿਸੇ ਹੀ ਨਹੀਂ। ਹਾਲਾਂਕਿ ਡੀਜੀਪੀ ਸਾਹਿਬ ਦੇ ਹੁੰਦੇ ਐਸਐਸਪੀ ਨਾ ਹੋਵੇ ਜਾਂ ਸੀਪੀ ਨਾ ਹੋਵੇ, ਕਮਿਸ਼ਨਰ ਨਾ ਹੋਵੇ, ਗੱਲ ਨਹੀਂ ਬਣਦੀ। ਚੀਫ ਸੈਕਟਰੀ ਸਾਹਿਬ ਵੀ ਉੱਥੇ ਹੀ ਸੀ। ਆਮ ਆਦਮੀ ਪਾਰਟੀ ਦੇ ਅੱਜ 400 ਨਵੇਂ ਕਲੀਨਿਕ ਅੱਜ ਇਹਨਾਂ ਨੇ ਇਨੈਗੋਰੇਟ ਕਰਨੇ ਆ। ਉਂਝ ਇੱਥੇ ਵੀ ਇੱਕ ਬੜਾ ਵਧੀਆ ਝੋਲ ਆ ਗਿਆ ਸੀ। ਪਹਿਲਾਂ 400 ਕਲੀਨਿਕ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਹੀ 5 ਪਿਆਰਿਆਂ ਦੇ ਨਾਂ ਤੇ ਕਲੀਨਿਕ ਸੀ, ਜਿਨ੍ਹਾਂ ਚੋਂ ਇੱਕ ਭਾਈ ਧਰਮ ਸਿੰਘ ਸੈਟੇਲਾਈਟ ਹਸਪੀਟਲ ਦੇ ਨਾਂ ਦੇ ਉੱਤੇ ਸੀ ਤੇ ਬਾਕੀ ਵੀ ਐਵੇਂ ਸੀ। ਉੱਥੇ ਥੱਲੇ ਆਮ ਆਦਮੀ ਕਲੀਨਿਕ ਲਿਖਣ ਤੇ ਇਤਰਾਜ਼ ਉਠਾਏ ਜਾ ਰਹੇ ਨੇ। ਸ਼੍ਰੋਮਣੀ ਕਮੇਟੀ ਨੇ ਇਤਰਾਜ਼ ਉਠਾਤੇ। ਵੈਸੇ ਕੇਜਰੀਵਾਲ ਸਾਹਿਬ ਨੇ ਇਨੈਗੋਰੇਟ ਕਰਨੇ ਹੁਣ ਤੱਕ ਤਾਂ ਕਰਤੇ ਹੋਣੇ ਆ, ਪਰ ਸਵਾਲ ਇਹ ਹੈ ਕਿ ਉਹਨਾਂ ਨੂੰ ਇਸੇ ਹੀ ਦਿਨ ਉਹਨਾਂ ਦੇ ਐਲਜੀ ਨੇ ਕਿਉਂ ਸੱਦ ਲਿਆ। ਕਹਿੰਦੇ 10 ਐਮਐਲਏ ਚੁਣ ਕੇ ਲਿਆਓ, ਜਿਹੜੇ ਮਰਜ਼ੀ ਲਿਆਉਣੇ, ਜਿਹੜੇ ਤਗੜੇ ਜੇ ਹੋਣ, ਗੱਲ ਕਰ ਸਕਣ, ਤੇ ਨਾਲ ਮੰਤਰੀ ਲੈ ਕੇ ਆ ਜਾਓ। ਲੇਕਿਨ ਕਹਿੰਦੇ ਇਹ ਤਾਂ ਦੇਖੋ ਜੀ ਤੁਸੀਂ ਸਾਨੂੰ ਫਸਿਆਂ ਨੂੰ ਫਸਾਉਂਦੇ ਹੋ। ਚਲੋ ਇਹਦੇ ਤੇ ਵੀ ਗੱਲ ਕਰਦੇ ਆ। ਮਾਲ ਬਰੋਜ਼ ਜੀਰੇ ਵਾਲੀ ਉਹ ਫੈਕਟਰੀ ਦੇ ਮਾਲਕ ਹਾਈ ਕੋਰਟ 'ਚ ਪਹੁੰਚ ਗਏ ਆ ਸਰਕਾਰ ਦੇ ਫੈਕਟਰੀ ਬੰਦ ਕਰਨ ਦੇ ਹੁਕਮਾਂ ਤੇ। ਵੈਸੇ ਮੈਨੂੰ ਗੈਰ ਰਸਮੀ ਗੱਲਬਾਤ 'ਚ ਸਰਦਾਰ ਹਮੀਦ ਸਿੰਘ ਕਹਿੰਦੇ ਵੀ ਫੈਕਟਰੀ ਤਾਂ ਪਹਿਲਾਂ ਬੰਦ ਸੀ, ਸਰਕਾਰ ਨੇ ਨਵੀਂ ਕਿਹੜੀ ਬੰਦ ਕਰਤੀ, ਜਾਂ ਤਾਂ ਕੋਈ ਆਰਡਰ ਦਿੰਦੇ ਪਤਾ ਲੱਗਦਾ ਵੀ ਕੋਈ ਸਟੇਟਸ ਚੇਂਜ ਹੋਇਆ। ਉਂਝ ਵੈਸੇ ਸਨਅਤਕਾਰਾਂ ਨੂੰ ਵੀ ਕਦੇ ਕਦੇ ਜਿਨ੍ਹਾਂ ਕੋਲ ਚੈਨਲ ਹੋਣ ਵੱਡੇ ਵੱਡੇ NDTV ਵਰਗੇ ਵੀ, ਉਹਨਾਂ ਨੂੰ ਵੀ ਮੁਸ਼ਕਲ ਆ ਜਾਂਦੀ ਕਿਸੇ ਪੱਤਰਕਾਰ ਵੱਲੋਂ। ਹਿਡਨਬਰਗ ਦੀ ਰਿਪੋਰਟ ਹੈ ਰਿਸਰਚ ਰਿਪੋਰਟ, ਜਿਹਦੇ ਵਿੱਚ ਅਡਾਨੀ ਲਈ ਕਾਫੀ ਮੁਸ਼ਕਲਾਂ ਖੜੀਆਂ ਹੋ ਗਈਆਂ। ਇਹ ਸਾਰੇ ਮਾਮਲੇ ਇਕੱਠੇ ਕਰਕੇ ਗਾਹ ਤੁਰਦੇ ਆ। ਅੱਜ ਐਡਵੋਕੇਟ ਨਵਕਿਰਨ ਸਿੰਘ ਹੋਣਾ ਨਸ਼ਿਆਂ ਦੇ ਮਾਮਲੇ 'ਚ ਇੱਕ ਪਟੀਸ਼ਨ ਦੇ ਉੱਤੇ ਅੱਜ ਸੁਣਵਾਈ ਹੈ ਉਹਨਾਂ ਦੀ, ਜਿੱਥੇ ਉਹ ਕਹਿੰਦੇ ਕਿ ਜਿਹੜੀਆਂ ਰਹਿ ਗਈਆਂ ਰਿਪੋਰਟਾਂ ਨੇ ਸੀਲਬੰਦ ਖੋਲ ਦਿਓ। ਮਜੀਠੀਏ ਵਾਲੀ ਤੇ ਸਰਕਾਰ ਨੇ ਬਿਨਾਂ ਪੁੱਛੇ ਦੱਸੇ ਹੀ ਖੋਲ ਲਈ ਸੀ। ਇੱਥੇ ਜੇ ਸਰਕਾਰ ਨਹੀਂ ਖੋਲਦੀ, ਹਾਈ ਕੋਰਟ ਖੋਲਦੇ, ਸਾਰੇ ਮਾਮਲੇ ਇਕੱਠੇ ਲੈਣੇ ਆ। ਪਰ ਸਰਦਾਰ ਹਮੀਰ ਸਿੰਘ ਜੀ, ਮੇਰੇ ਖਿਆਲ ਤੁਸੀਂ ਤਾਂ ਕੱਲ ਗਵਰਨਰ ਹਾਊਸ ਗਏ ਨਹੀਂ ਹੋਣੇ, ਰਾਜ ਭਵਨ ਦਾਵਤ ਸੀ, ਆਪਣੇ ਮੁੱਖ ਮੰਤਰੀ ਕਿਉਂ ਨਹੀਂ ਗਏ? ਸ਼ਰੀਕ ਆਣ ਕੇ ਢੁੱਕ ਕੇ ਬਹਿ ਗਿਆ ਤੇ ਸਾਡੇ ਮੁੱਖ ਮੰਤਰੀ ਹੈ ਨਹੀਂ ਸੀ। ਟਸਲ ਬਰਕਰਾਰ ਹੈ ਜਾਂ ਮੁੱਖ ਮੰਤਰੀ ਸਾਹਿਬ ਨੇ 2 ਲਾਈਨਾਂ ਦੀ ਚਿੱਠੀ ਲਿਖ ਕੇ ਮਾਫੀ ਮੰਗ ਲਈ ਸੀ ਪਹਿਲਾਂ ਜੀ ਮੈਂ ਆ ਨਹੀਂ ਸਕਦਾ ਹਜੂਰੇ ਵਾਲਾ? ਕੀ ਕਹਿੰਦੇ ਹੋ? ਨਾਰਮਲੀ ਮੁੱਖ ਮੰਤਰੀ ਸਾਹਿਬ ਪਹਿਲਾਂ ਲਿਖੀ ਚਿੱਠੀ ਲਿਖਣ ਵਾਲਿਆਂ 'ਚ ਹੈ ਨਹੀਂ ਹੈ, ਕਦੇ ਐਵੇਂ ਮਾਫੀ ਉਹਨਾਂ ਨੇ ਮੰਗੀ ਨਹੀਂ ਰੂਟੀਨ 'ਚ। ਤੇ ਜੇ ਉਹ ਚਾਹੁੰਦੇ, ਮੈਨੂੰ ਲੱਗਦਾ ਕਿ ਆਪਣੇ ਐਮਐਲਏ ਦੇ ਵਿਆਹ ਤੋਂ ਵੀ ਆ ਸਕਦੇ ਸੀ। ਚੀਫ ਮਿਨਿਸਟਰ ਕੋਲ ਕਿਹੜਾ ਕੋਈ ਉਹਨੇ ਸੜਕ ਦੇ ਰਸਤੇ ਤੁਰਨਾ, ਚੌਪਰ ਚੱਕੋ ਤੇ ਆ ਕੇ 10 ਮਿੰਟ 'ਚ ਆ ਕੇ ਉੱਥੇ ਉਤਰ ਜਾਓ, ਜਿੱਥੇ ਵੀ ਜਾ ਕੇ
ਮਤਲਬ ਉਤਰਨਾ ਚਾਹੁੰਦੇ ਹੋ ਤੁਸੀਂ। ਪਰ ਇਹ ਗੱਲ ਤਾਂ ਦਿਲਚਸਪੀ ਦਾ ਜ਼ਿਆਦਾ ਕੇਂਦਰ ਬਣ ਰਹੀ ਹੈ ਹੌਲੀ ਹੌਲੀ, ਕਿਉਂਕਿ ਕਾਫੀ ਦਿਨਾਂ ਤੋਂ ਨੋਕ ਝੋਕ ਚੱਲ ਰਹੀ ਹੈ ਗਵਰਨਰ ਸਾਹਿਬ ਚ, ਖਤੋ ਖਤਾਬਤ ਵੀ ਹੋਈ ਦੋਨਾਂ ਚ ਆਪਸਦਾਰੀ ਦੇ ਵਿੱਚ, ਚਾਹੇ ਉਹ ਵਾਈਸ ਚਾਂਸਲਰ ਨੂੰ ਲੈ ਕੇ ਹੋਈ ਹੋਵੇ, ਮਤਲਬ ਕਿਸੇ, ਚਾਹੇ ਉਹ ਕੁਲਦੀਪ ਸਿੰਘ ਚਾਹਲ ਨੂੰ ਵਾਪਸ ਭੇਜਣ ਦੇ ਨਾਂ ਤੇ ਹੋਈ ਹੋਵੇ, ਤੇ ਚਾਹੇ ਇਦੋਂ ਪਹਿਲਾਂ ਵੀ ਜਦੋਂ ਰਾਸ਼ਟਰਪਤੀ ਆਏ ਸੀਗੇ ਇੱਥੇ, ਉਦੋਂ ਵੀ ਗਵਰਨਰ ਸਾਹਿਬ ਨੇ ਓਪਨ ਸਟੇਜ ਤੇ ਬੋਲਤਾ ਸੀ ਚੀਫ ਮਿਨਿਸਟਰ ਬਾਰੇ ਕਿ ਜੀ ਚੀਫ ਮਿਨਿਸਟਰ ਗੁਜਰਾਤ ਦੇ ਵਿੱਚ ਚੋਣਾਂ ਚ ਤੁਰੇ ਫਿਰ ਰਹੇ ਨੇ, ਤੇ ਇੱਥੇ ਪ੍ਰੋਟੋਕੋਲ ਦੇ ਤੌਰ ਤੇ ਉਹਨਾਂ ਨੂੰ ਗਵਰਨਰ ਜਿਹੜੀ ਰਾਸ਼ਟਰਪਤੀ ਦੀ ਅਗਵਾਨੀ ਲਈ ਰਹਿਣਾ ਚਾਹੀਦਾ ਸੀ, ਔਰ ਉਹਨਾਂ ਨੂੰ ਇਹ ਚੀਜ਼ ਨਹੀਂ ਪਤਾ ਅਸਲ ਦੇ ਵਿੱਚ। ਉਹਨਾਂ ਤੇ ਐਲੀਗੇਸ਼ਨ ਉਹਨਾਂ ਦੀ ਐਬਸੈਂਟ ਦੇ ਵਿੱਚ ਗਵਰਨਰ ਸਾਹਿਬ ਨੇ ਲਾਇਆ, ਔਰ ਫਿਰ ਗਵਰਨਰ ਸਾਹਿਬ ਨੇ ਇੱਕ ਹੋਰ ਬੋਲਤਾ ਸੀ, ਹੁਣ ਵੀ ਜਾ ਰਹੇ ਨੇ ਉਹ ਫਰਵਰੀ ਚ ਵੈਸੇ ਬਾਰਡਰ ਏਰੀਆ ਦੇ ਵਿੱਚ। ਦਿਲਚਸਪੀ ਰਹਿੰਦੀ ਹੈ ਉਹਨਾਂ ਦੀ ਪ੍ਰੈਕਟੀਕਲ ਕੰਮ ਕਰਨ ਚ, ਸਿੱਧੇ ਜਾਣ ਚ ਚੁਣੀ ਹੋਈ ਸਰਕਾਰ ਦੇ ਮਾਮਲੇ ਦੇ ਵਿੱਚ ਵੀ। ਔਰ ਉਹ ਕਹਿੰਦੇ ਨੇ ਕਿ ਮੈਂ ਤਾਂ ਕੰਮ ਕਰਨਾ ਚਾਹੁੰਦਾ, ਤੇ ਅਫਸਰ ਜਿਹੜੇ ਨੇ ਇਹ ਬਦਲੇ ਬੜੀ ਤੇਜ਼ੀ ਨਾਲ ਦਿੱਤੇ ਜਾਂਦੇ ਨੇ, ਜਿਹਨੂੰ ਮੈਂ ਸਮਝਾਉਣਾ ਕਿ ਐ ਨਸ਼ੇ ਖਿਲਾਫ ਲੜੀਦਾ, ਐਵੇਂ ਡਰੋਨ ਫੇਂਕੀਦਾ, ਐਵੇਂ ਫਲਾਨਾ, ਉਹਨੂੰ ਇਹ ਬਦਲ ਦਿੰਦੇ ਨੇ। ਮੈਂ ਕਿੰਨਿਆਂ ਕਰੋ ਸਮਝਾਵਾਂ। ਇਹ ਜਿਹੜਾ ਖਤੋ ਖਤਾਬਤ ਚੱਲ ਰਿਹਾ, ਇਹਨੂੰ ਲੈ ਕੇ ਲੱਗਦਾ ਹੈ ਕਿ ਅਜੇ ਤੱਕ ਉਹ ਬੈਠੇ ਨਹੀਂ ਠੀਕ ਤਰੀਕੇ ਦੇ ਨਾਲ। ਇੱਕ ਵਾਰੀ ਥੋੜਾ ਜਿਹਾ ਚੀਫ ਮਿਨਿਸਟਰ ਗਏ ਸੀ ਵਿੱਚ ਦੀ, ਉਦੋਂ ਇਹ ਵੀ ਖਬਰਾਂ ਛਪ ਗਿਆ ਸੀ, ਹੁਣ ਸ਼ਾਇਦ ਪੈਚ ਅਪ ਹੋ ਗਿਆ, ਪਰ ਅਜੇ ਮਾਮਲੇ ਉਵੇਂ ਹੀ ਲਟਕ ਰਹੇ ਨੇ ਰਸਤੇ ਦੇ ਵਿੱਚ, ਔਰ ਖਲਾ ਦੇ ਵਿੱਚ ਲਟਕ ਰਹੇ ਨੇ। ਬਾਬਾ ਫਰੀਦ ਯੂਨੀਵਰਸਿਟੀ ਦਾ VC ਤੋਂ ਲੈ ਕੇ ਵੱਖ-ਵੱਖ ਚੀਜ਼ਾਂ। ਤੇ ਜਦੋਂ ਤੁਹਾਡੇ ਇਹੋ ਜਿਹੇ ਕਲੇਜ ਜੇ ਚੱਲਦੇ ਹੋਣ ਤਾਂ ਐਟ ਹੋਮ ਦਾ ਵੀ ਆਨੰਦ ਨਹੀਂ ਆਉਂਦਾ। ਆਨੰਦ ਵੀ ਤਾਂ ਹੀ ਆਉਂਦਾ ਜੇ ਮਿੱਤਰਤਾ ਦਿਖਾਈ ਦਿੰਦੀ ਹੋਵੇ, ਜੇ ਮੂੰਹ ਜਾ ਚੜਾ ਕੇ ਇੱਧਰ ਉੱਧਰ ਬੈਠੇ ਵੀ ਰਹੋ ਜਾ ਕੇ, ਤਾਂ ਸ਼ਾਇਦ ਇਸ ਕਰਕੇ ਉਹਨਾਂ ਨੂੰ ਲੱਗਿਆ। ਪਰ ਇਹ ਮੌਕੇ ਵੀ ਹੁੰਦੇ ਨੇ, ਇਹੋ ਜਿਹੇ ਜਿਹੜੇ ਫੰਕਸ਼ਨ ਨੇ ਮੌਕੇ ਵੀ ਹੁੰਦੇ ਨੇ ਕਿ ਪੁਰਾਣੀਆਂ ਜਿਵੇਂ ਆਮ ਰਿਸ਼ਤੇਦਾਰੀਆਂ ਚ ਆਪਾਂ ਕਹਿੰਦੇ ਨਾ, ਵਿਆਹ ਸ਼ਾਦੀ ਹੁੰਦਾ, ਦੋ ਜਣੇ ਰਲ ਕੇ ਭੇਜ ਦਿੰਦੇ ਨੇ ਵੀ ਜਾਇਓ, ਚਲੋ ਜਿਹੜਾ ਮਾੜਾ ਮੋਟਾ ਨਹੀਂ ਤੁਹਾਡੀ ਬਣਦੀ ਬਣਨ ਲੱਗ ਜੂਗੀ, ਇੱਕ ਵਾਰ ਜਾਇਆ ਹੋਗੇ, ਹੌਲੀ ਹੌਲੀ ਗੱਲ ਤੁਰ ਪਊਗੀ, ਜਿਹੜੀ ਉਹ ਈਗੋ ਕਲੈਸ਼ ਘਟ ਜਾਂਦਾ ਉਸ ਨਾਲ। ਪਰ ਇਹ ਮੌਕੇ ਦਾ ਵੀ ਮੇਰਾ ਕਹਿੰਦਾ ਫਾਇਦਾ ਉਠਾਇਆ ਨਹੀਂ ਜਾ ਸਕਿਆ ਉਸ ਪੱਧਰ ਦੇ ਉੱਤੇ। ਅੱਛਾ, ਵੈਸੇ ਸਰਦਾਰ ਹਮੀਰ ਸਿੰਘ ਜੀ, ਭਾਸਕਰ ਸਾਹਿਬ, ਇੰਜ ਤਾਂ ਨਹੀਂ ਹੋ ਸਕਦਾ ਵੀ ਉਹਨਾਂ ਹੁੱਬ ਕੇ ਸੱਦਾ ਨਾ ਭੇਜਿਆ ਹੋਵੇ, ਮੁੱਖ ਮੰਤਰੀ ਸਾਹਿਬ ਨੂੰ ਨਿੱਜੀ ਤੌਰ ਤੇ ਗਵਰਨਰ ਸਾਹਿਬ ਨੇ ਕਿਹਾ ਨਾ ਹੋਵੇ ਵੀ ਆਇਓ ਘਰੇ, ਕਿਉਂਕਿ ਘਰ ਹੀ ਆ ਉਹਨਾਂ ਦਾ ਜਿੱਥੇ ਰਹਿਣਾ ਹੁੰਦਾ। ਮੁੱਖ ਮੰਤਰੀ ਵੀ ਅੱਜ ਕੱਲ ਘਰ ਹੀ ਆ ਉਹਨਾਂ ਦਾ, ਜਿਸ ਗਵਰਨਰ ਸਾਹਿਬ ਨੂੰ ਜਾ ਕੇ ਸੱਦਣਾ ਪਊ ਜੇ ਉਹਨਾਂ ਨੇ ਸੱਦਣਾ ਹੋਵੇ। ਜੇ ਕੋਈ ਨਵਾਂ ਮੰਤਰੀ ਬਣਾਉਣਾ ਹੋਵੇ, ਸਹੁੰ ਚੁੱਕਣ ਲਈ ਵੀ ਆਪ ਨਿੱਜੀ ਤੌਰ ਤੇ ਹਾਜ਼ਰ ਹੋਣਾ ਪੈਂਦਾ, ਜਾਂ ਸੱਦਾ ਭੇਜਣਾ ਪੈਂਦਾ, ਰਸਮ ਕਰਨੀ ਪੈਂਦੀ ਹੈ। ਤੁਹਾਨੂੰ ਲੱਗਦਾ ਹੈ ਕਿਤੇ ਕਿ ਹੋ ਸਕਦਾ ਉਹਨੇ ਮਾਣ ਸਨਮਾਨ ਨਾਲ ਕਿਹਾ ਨਾ ਗਿਆ ਹੋਵੇ, ਜਾਂ ਉੱਤੋਂ ਸਾਡੇ ਇੱਧਰ ਮਾਝੇ ਦੀ ਭਾਸ਼ਾ ਕਹਿੰਦੇ ਹੁੰਦੇ ਛਾਪਿਆਂ ਤੋਂ ਦੀ ਧੂਣਾ, ਉੱਤੋਂ ਦੀ ਧੂਣਾ, ਵੀ ਚੱਜ ਨਾ ਨਹੀਂ ਕਹਿਣਾ, ਐਵੇਂ ਚੱਲਦੇ ਚੱਲਦੇ ਕਹਿਤਾ। ਉਹ ਕੋਈ ਕਹਿੰਦੇ ਹੁੰਦੇ ਸੀ ਨਾ ਵੀ ਆਪਣਾ ਦਾਦੇ ਹੁੰਦੇ ਸੀ ਸਾਡੇ ਪਿੰਡਾਂ 'ਚ, ਉਹਨਾਂ ਨੂੰ ਭੇਜ ਦੇਣਾ, ਕਹਿੰਦੇ ਜੇ ਸੱਦਣਾ ਹੈ ਤਾਂ ਆਪ ਆਉਂਦਾ ਬੰਦਾ, ਨਹੀਂ ਤੇ ਟੈਲੀਫੋਨ ਕਰਦਾ ਵੀ ਆਇਓ ਜੀ, ਬੜਾ ਜ਼ਰੂਰੀ ਹੈ। ਕਿਸੇ ਨੂੰ ਅਹਿਮੀਅਤ ਦਿਖਾਉਣੀ, ਕਿਤੇ ਇੰਜ ਤਾਂ ਨਹੀਂ ਕਿ ਗਵਰਨਰ ਸਾਹਿਬ ਨੇ ਮੁੱਖ ਮੰਤਰੀ ਨੂੰ ਸਮਝਿਆ ਹੀ ਕੱਖ ਨਹੀਂ। ਇਹ ਵੀ ਤਾਂ ਹੋ ਸਕਦਾ ਜੀ। ਅਸਲ 'ਚ ਪਹਿਲਾਂ ਤਾਂ ਗਵਰਨਰ ਸਾਹਿਬ ਨੇ ਓਪਨ ਕੀਤਾ ਸੀ ਲੋਕਾਂ ਨੂੰ ਕਿ ਮੈਂ ਪਰਸਨਲੀ ਵੀ ਚੀਫ ਮਿਨਿਸਟਰ ਨੂੰ ਦੱਸਿਆ ਸੀ ਕਿ ਰਾਸ਼ਟਰਪਤੀ ਜੀ ਆ ਰਹੇ ਨੇ, ਤੁਹਾਡਾ ਰਹਿਣਾ ਜ਼ਰੂਰੀ ਹੈ। ਤੇ ਹਾਲਾਂਕਿ ਰਹਿਣਾ ਜ਼ਰੂਰੀ ਹੈ ਤਾਂ ਕਹਿਣ ਦੀ ਲੋੜ ਨਹੀਂ ਹੁੰਦੀ, ਹਰੇਕ ਦਾ ਪ੍ਰੋਟੋਕੋਲ ਹਰੇਕ ਨੇ ਆਪ ਦੇਖਣਾ ਹੁੰਦਾ ਉਸ ਲੈਵਲ ਤੇ। ਇਸ ਵਾਰ ਦੀ ਇਹ ਗੱਲ ਤਾਂ ਨਹੀਂ ਸਾਹਮਣੇ ਆਈ ਕਿ ਗਵਰਨਰ ਸਾਹਿਬ ਦਾ ਫੋਨ ਖੜਕਿਆ ਜਾਂ ਨਹੀਂ। ਪ੍ਰੋਟੋਕੋਲ ਵਾਈਜ਼ ਤਾਂ ਚੀਫ ਮਿਨਿਸਟਰ ਨੂੰ ਪਹਿਲੀ ਚਿੱਠੀ ਜਾਣੀ ਹੋ ਚਾਹੀਦੀ ਆ, ਔਰ ਪਹਿਲੀ ਚਿੱਠੀ ਭੇਜੀ ਵੀ ਹੋਗੀ, ਰਿਟਨ ਜਾਂਦੀ ਆ, ਬਕਾਇਦਾ ਕਾਰਡ ਛਪਦੇ ਨੇ ਚੰਗੇ ਤਰੀਕੇ ਦੇ ਨਾਲ, ਜਿਹੜੇ ਪੱਤਰਕਾਰਾਂ ਨੂੰ ਵੀ ਭੇਜਦੇ ਨੇ ਐਟ ਹੋਮ ਚ, ਉਹਦੇ ਵੀ ਪਾਸ ਵੀ ਹੁੰਦਾ ਨਾਲ, ਸਾਰਾ ਕੁਝ ਹੁੰਦਾ, ਕਿਤੇ ਦਿੱਕਤ ਨਾ ਆਵੇ ਸਾਰੀਆਂ ਚੀਜ਼ਾਂ 'ਚ। ਤਾਂ ਲਾਜ਼ਮੀ ਹੈ ਮੇਰੇ ਖਿਆਲ ਉਹ ਤਾਂ ਗਵਰਨਰ ਹਾਊਸ ਦੇ ਬਾਕੀ ਲੋਕਾਂ ਨੇ ਕੀਤਾ ਹੋਵੇ, ਪਰਸਨਲ ਨਾ ਵੀ ਕੀਤਾ ਹੋਵੇ ਗਵਰਨਰ ਨੇ, ਕੋਈ ਹਜੇ ਤੱਕ ਗੱਲ ਸਾਹਮਣੇ ਨਹੀਂ ਆਈ। ਠੀਕ ਹੈ ਭਾਸਕਰ ਸਾਹਿਬ, ਇਹ ਕੱਲੀ ਗੱਲ ਇੱਥੇ ਨਹੀਂ ਗਈ, ਇਹਨੂੰ ਵੀ ਜੋੜੋ ਨਾਲ। ਮੈਂ ਚਾਹੁੰਦਾ ਹੈ ਕਿਉਂਕਿ ਜੇ DGP ਸਾਹਿਬ ਹੋ ਸਕਦੇ ਆ ਉੱਥੇ, ਤੇ ਇਹਦਾ ਮਤਲਬ ਸੱਦੇ ਸਾਰਿਆਂ ਨੂੰ ਗਏ ਹੋਣਗੇ, ਔਰ ਅਮੂਮਨ ਇਹ ਕੋਈ ਪਹਿਲੀ ਵਾਰੀ ਤਾਂ ਹੋਇਆ ਨਹੀਂ, ਇਹ ਇੱਕ ਰਸਮ ਹੈ, ਔਰ ਇਹ ਬਹੁਤੇ ਮੁੱਖ ਮੰਤਰੀ ਨਿਭਾਉਂਦੇ ਆਏ ਆ। 26 ਜਨਵਰੀ ਵਾਲੇ ਦਿਨ ਆਮ ਤੌਰ ਤੇ ਗਵਰਨਰ ਸਾਹਿਬ ਜਦੋਂ ਕਿਤੇ ਝੰਡਾ ਚਲਾਉਂਦੇ ਨੇ, ਉਸ ਤੋਂ ਬਾਅਦ 4 ਵਜੇ ਦੇ ਕਰੀਬ ਇਹ ਪ੍ਰੋਗਰਾਮ ਹੁੰਦਾ। ਪ੍ਰੋਮੀਨੈਂਟ ਜਰਨਲਿਸਟ ਵੀ ਜਿਹੜੇ ਸਰਕਾਰੀ ਰਿਪੋਰਟ ਕਰਦੇ ਰਹਿੰਦੇ ਆ, ਉਹ ਵੀ ਉੱਥੇ ਹੁੰਦੇ ਆ। ਬੜੀ ਅਲੀਟ ਹੁੰਦੀ ਆ, ਬੜੇ ਵਧੀਆ ਵਧੀਆ ਬੰਦੇ ਜਿਨ੍ਹਾਂ 'ਚ ਆਪਾਂ ਨਹੀਂ ਆਉਂਦੇ, ਉਹ ਸਾਰੇ ਬੰਦੇ ਉੱਥੇ ਹੁੰਦੇ ਨੇ। ਸੋ ਭਾਸਕਰ ਸਾਹਿਬ, ਇੱਕ ਤਾਂ ਇਹ ਪਹਿਲੂ ਤੇ ਥੋੜੀ ਜਿਹੀ ਟਿੱਪਣੀ, ਤੇ ਨਾਲ ਹੀ ਬਈ ਜੇ ਮੁੱਖ ਮੰਤਰੀ ਬਠਿੰਡੇ ਦੀ ਜਗ੍ਹਾ ਜਲੰਧਰ ਹੁੰਦੇ, ਸਿਆਸੀ ਸਮਝ ਇਹ ਕਹਿੰਦੀ ਸੀ ਪਹਿਲਾਂ ਡਿਜ਼ਾਈਨ ਕੀਤਾ ਹੋਵੇ, ਬਦਲੇ ਲਾਸਟ ਮੂਮੈਂਟ ਤੇ ਵੀ ਜਾਂਦੇ, 4 ਦਿਨ ਪਹਿਲਾਂ ਵੀ ਵੈਨਿਊ ਬਦਲੇ ਜਾਂਦੇ ਰਹਿੰਦੇ ਆ ਮੰਤਰੀਆਂ ਦੇ। ਮੈਨੂੰ ਇਹ ਵੀ ਇੱਕ ਬੜੀ ਅਜੀਬ ਲੱਗੀ ਗੱਲ ਕਿ ਉੱਥੇ ਗਵਰਨਰ ਸਾਹਿਬ ਨੂੰ ਭੇਜਤਾ, ਤੇ ਗਵਰਨਰ ਸਾਹਿਬ ਤੋਂ ਪਹਿਲਾਂ ਕੁਝ ਦਿਨ ਪਹਿਲਾਂ ਕੁਲਦੀਪ ਸਿੰਘ ਚਾਹਲ ਨੂੰ ਭੇਜਤਾ। ਉਹ ਕੁਲਦੀਪ ਸਿੰਘ ਚਾਹਲ ਜਿਹੜੇ ਫੁੱਟੀ ਅੱਖ ਨਹੀਂ ਸੀ ਭਾਉਂਦੇ ਗਵਰਨਰ ਸਾਹਿਬ ਨੂੰ, ਚੰਡੀਗੜ੍ਹ ਦੇ SSP,
ਤੇ ਉਹਨਾਂ ਨੇ ਜਿੱਥੇ ਜਾਣਾ ਸੀ ਮੂਹਰਿਓਂ ਸਵਾਗਤ ਲਈ ਵੀ ਉਹਨਾਂ ਨੇ ਖੜਨਾ ਸੀ। ਚੰਗਾ ਹੋਇਆ ਵੈਸੇ ਸੀਪੀ ਛੁੱਟੀ ਲੈ ਕੇ ਪਤਾ ਲੱਗਿਆ, ਤੇ ਛੁੱਟੀ ਵਰਗੀ ਕੋਈ ਗੱਲ ਹੋਊਗੀ ਗੱਲ ਤੋਰੋ ਤਾਂ। ਰੰਧਾਵਾ ਜੀ, ਗਵਰਨਰ ਸਾਹਿਬ ਦਾ ਚਲੋ ਕੱਲ ਐਟ ਹੋਮ ਫੰਕਸ਼ਨ ਸੀਗਾ ਜਿਹਦੇ ਵਿੱਚ ਸਾਡੇ ਮੁੱਖ ਮੰਤਰੀ ਨਹੀਂ ਪਹੁੰਚੇ। ਇਹ ਸਿਰਫ ਪੰਜਾਬ ਦੀ ਗੱਲ ਨਹੀਂ ਹੈ, ਪਿਛਲੇ ਦਿਨਾਂ ਦੇ ਵਿੱਚ ਗਵਰਨਰਾਂ ਦੇ ਨਾਲ ਇਲੈਕਟਿਡ ਮੁੱਖ ਮੰਤਰੀ ਦੇ ਰੋਲੇ, ਭਾਵੇਂ ਉਹ ਕੇਰਲਾ ਹੋਏ, ਤੇਲੰਗਾਨਾ ਹੋਏ, ਪੰਜਾਬ ਹੋਏ ਜਾਂ ਫਿਰ ਦਿੱਲੀ, ਇਹਨਾਂ ਸਾਰੇ ਸੂਬਿਆਂ ਦੇ ਵਿੱਚ ਇਸ ਤਰ੍ਹਾਂ ਦੇ ਰੋਲੇ ਕਾਫੀ ਟਾਈਮ ਤੋਂ ਸੁਣੇ ਜਾ ਰਹੇ ਨੇ। ਪਿਛਲੇ ਦਿਨਾਂ ਦੇ ਵਿੱਚ ਇਹ 4 ਮੁੱਖ ਮੰਤਰੀ, ਜਿਨ੍ਹਾਂ ਮੁੱਖ ਮੰਤਰੀਆਂ ਦਾ ਅਸੀਂ ਨਾਂ ਲਿੱਤਾ ਹੈ, ਜਿਨ੍ਹਾਂ ਸੂਬਿਆਂ ਦਾ ਅਸੀਂ ਨਾਂ ਲਿੱਤਾ, ਉਹ ਤੇਲੰਗਾਨਾ ਦੇ ਵਿੱਚ ਇਕੱਠੇ ਹੋਏ ਸੀ ਔਰ ਉਹਦੇ ਵਿੱਚ ਵੀ ਸਾਰਿਆਂ ਨੇ ਇੱਕ ਦੂਜੇ ਦੀ ਗੱਲ ਜ਼ਿਆਦਾ ਕੀਤੀ ਔਰ ਖਾਸ ਕਰਕੇ ਗਵਰਨਰਾਂ ਦੇ ਨਾਲ ਜਿਸ ਤਰੀਕੇ ਨਾਲ ਅੜੰਗੇ ਪਾਏ ਜਾ ਰਹੇ ਨੇ ਇਲੈਕਟਿਡ ਸਰਕਾਰ ਨੂੰ ਕੰਮ ਕਰਨ ਤੋਂ ਰੋਕਣ ਵਾਸਤੇ, ਉਹਦੀ ਗੱਲਾਂ ਕੀਤੀ ਸੀ। ਕੱਲ ਇਹ ਸਮਝੋ ਕਿ ਉਹਦਾ ਨੈਕਸਟ ਰਾਊਂਡ ਚੱਲ ਪਿਆ। ਪੰਜਾਬ ਦੀ ਗੱਲ ਅਸੀਂ ਕਰਕੇ ਹਟੇ ਹਾਂ ਕਿ ਜਿਸ ਤਰੀਕੇ ਨਾਲ ਸਾਡੇ ਮੁੱਖ ਮੰਤਰੀ ਉਸ ਐਟ ਹੋਮ ਫੰਕਸ਼ਨ ਦੇ ਵਿੱਚ ਨਹੀਂ ਪਹੁੰਚੇ। ਤੁਸੀਂ ਸੱਦੇ ਦੀ ਗੱਲ ਕਰਦੇ ਸੀ ਵੀ ਸੱਦਾ ਸਹੀ ਤਰੀਕੇ ਨਾਲ ਦਿੱਤਾ ਗਿਆ ਸੀ ਕਿ ਨਹੀਂ ਦਿੱਤਾ ਗਿਆ ਸੀ। ਗੱਲ ਇਹ ਵੀ ਹੁੰਦੀ ਹੈ, ਕਈ ਵਾਰ ਤੁਹਾਨੂੰ ਕੋਈ ਕਾਰਡ ਆ ਜਾਏ ਨਾ, ਉਹ ਡੱਬਾ ਨਾ ਆਏ, ਤੇ ਉਹ ਤੇ ਲੋਕ ਪੰਜਾਬ ਦੇ ਵਿੱਚ ਨਾਰਾਜ਼ ਹੋ ਜਾਂਦੇ ਕਿ ਬਿਨਾਂ ਡੱਬੇ ਤੋਂ ਕਾਰਡ ਐਕਸੈਪਟ ਨਹੀਂ ਕਰਦੇ। ਐਕਸੈਪਟ ਤੇ ਕਰ ਲੈਂਦੇ ਆ, ਫਿਰ ਕਹਿੰਦੇ ਨੇ ਠੀਕ ਹੈ, ਜਾਣਗੇ ਨਹੀਂ ਜਾਣਗੇ ਦੇਖਾਂਗੇ। ਔਰ ਅੱਜ ਕੱਲ ਤੇ ਰਿਵਾਜ ਚੱਲ ਗਿਆ ਡਿਜੀਟਲ ਕਾਰਡ ਦਾ। ਉਸ ਡਿਜੀਟਲ ਕਾਰਡ ਦੇ ਵਿੱਚ ਲੋਕੀ ਹੁਣ ਐਕਸੈਪਟ ਤੇ ਕਰਨ ਲੱਗ ਗਏ, ਪਰ ਨਾਲ ਦੇ ਨਾਲ ਇਹ ਵੀ ਐਕਸਪੈਕਟ ਕਰਦੇ ਨੇ ਕਿ ਕਈ ਪਿਛਲੇ ਦਿਨਾਂ ਦੇ ਵਿੱਚ ਜਦ ਕੋਈ ਕਾਰਡ ਆਉਂਦਾ ਸੀਗਾ, ਜੇ ਕਿਤੇ ਵਿਦ ਫੈਮਿਲੀ ਨਾ ਲਿਖਿਆ ਹੋਏ ਨਾ, ਤੇ ਇਸ ਗੱਲ ਦਾ ਵੀ ਰੌਲਾ ਪੈ ਜਾਂਦਾ ਸੀਗਾ। ਪਰ ਸਾਡੇ ਮੁੱਖ ਮੰਤਰੀ ਦਾ ਘੱਟ ਤੋਂ ਘੱਟ ਇਹ ਰੌਲਾ ਤੇ ਨਹੀਂ ਹੋਣਾ ਇਸ ਫੰਕਸ਼ਨ ਵਾਸਤੇ। ਪਰ ਤੇਲੰਗਾਨਾ ਦੇ ਵਿੱਚ ਜੋ ਕੁਝ ਹੋਇਆ ਉਹ ਸ਼ਾਇਦ ਪੰਜਾਬ ਤੋਂ ਵੀ ਜ਼ਿਆਦਾ ਇੱਕ ਵੱਧ ਚੜ ਕੇ ਹੋਇਆ ਜਦ ਅਸੀਂ ਨੈਕਸਟ ਰਾਊਂਡ ਦੀ ਗੱਲ ਕਰਦੇ ਹਾਂ। ਤੇਲੰਗਾਨਾ ਦੇ ਵਿੱਚ ਹਰ ਸਾਲ ਇਹ ਫੰਕਸ਼ਨ ਹੁੰਦਾ ਸੀ, ਜਿਹੜਾ ਪਿਛਲੇ 2 ਸਾਲ ਕੋਵਿਡ ਕਰਕੇ ਨਹੀਂ ਹੋਇਆ। ਉੱਥੇ ਦੀ ਜਿਹੜੀ ਗਵਰਨਰ ਨੇ ਉਹ ਹੈਗੀ ਨੇ ਤਮਿਲਿਸਾਈ ਸੁੰਦਰਰਾਜਨ। ਉੱਥੇ ਦੇ ਮੁੱਖ ਮੰਤਰੀ KCR, ਉਹਨਾਂ ਨੇ ਗਵਰਨਰ ਸਾਹਿਬਾਂ ਨੂੰ ਕਹਿ ਦਿੱਤਾ ਕਿ ਵੀ ਤੁਸੀਂ ਆਪਣੇ ਗਵਰਨਰ ਹਾਊਸ ਦੇ ਵਿੱਚ ਹੀ ਐਤਕੀ 26 ਜਨਵਰੀ ਮਨਾ ਲਓ, ਅਸੀਂ ਇਹਨੂੰ ਪਬਲਿਕ ਤੌਰ ਤੇ ਕੋਈ ਫੰਕਸ਼ਨ ਨਹੀਂ ਕਰ ਰਹੇ, ਕਿਉਂਕਿ ਕਰੋਨਾ ਹਜੇ ਵੀ ਜਾਰੀ ਹੈ। ਕਿਉਂਕਿ ਰਾਹੁਲ ਗਾਂਧੀ ਉਹਨਾਂ ਦੀ ਯਾਤਰਾ ਦੇ ਵਿੱਚ ਵੀ ਕਰੋਨਾ ਦੀ ਗੱਲ BJP ਦੀ ਸਰਕਾਰ ਨੇ ਕੀਤੀ ਸੀਗੀ। ਉਹ ਫੰਕਸ਼ਨ ਮਨਾਇਆ ਗਿਆ, ਉੱਥੇ ਮੁੱਖ ਮੰਤਰੀ ਨਹੀਂ ਪਹੁੰਚੇ, ਨਾ ਹੀ ਕੋਈ ਪਬਲਿਕ ਫੰਕਸ਼ਨ ਕੀਤਾ ਗਿਆ ਗਣਤੰਤਰ ਦਿਵਸ ਦੇ ਉਪਲਕਸ਼ ਵਿੱਚ, ਔਰ ਨਾ ਹੀ ਮੁੱਖ ਮੰਤਰੀ ਉੱਥੇ ਗਏ। ਦਿੱਲੀ ਦੇ ਵਿੱਚ ਵੀ ਏਦਾਂ ਹੀ ਕੁਝ ਹੋਇਆ। ਦਿੱਲੀ ਦੇ ਵਿੱਚ 17 ਜਨਵਰੀ ਨੂੰ ਕੇਜਰੀਵਾਲ ਉਹਨਾਂ ਆਪਣੇ ਸਾਰੇ MLA ਨੂੰ ਝੰਡੇ ਲੈ ਕੇ, ਬੈਨਰ ਲੈ ਕੇ ਲੈਫਟੀਨੈਂਟ ਗਵਰਨਰ ਸਾਹਿਬ ਦੇ ਘਰ ਗਏ ਸੀ ਔਰ ਉਹਨਾਂ ਤੋਂ ਮੀਟਿੰਗ ਦੀ ਮੰਗ ਕੀਤੀ ਸੀ। 21 ਜਨਵਰੀ ਦਾ ਉਹ ਟਾਈਮ ਮੰਗਦੇ ਸੀ। 21 ਜਨਵਰੀ ਨੂੰ ਕਿਹਾ ਕਿ ਗਵਰਨਰ ਸਾਹਿਬ ਨੇ ਨਹੀਂ, ਮੈਂ ਤੁਹਾਨੂੰ ਨਹੀਂ ਮਿਲ ਸਕਦਾ। ਹੁਣ ਉਹਨਾਂ ਗਵਰਨਰ ਦਾ ਹੀ ਅੱਜ ਦਾ ਸੱਦਾ, ਯਾਨੀ 27 ਜਨਵਰੀ ਨੂੰ ਸ਼ਾਮ ਨੂੰ 4 ਵਜੇ, ਟਾਈਮ ਵੀ ਉਹੀ 4 ਵਜੇ, ਕਿ ਸਾਰੇ MLA ਤੇ ਨਹੀਂ, 10 ਕੁ MLA ਆਪਣੇ ਮੰਤਰੀ ਤੇ ਆਪ ਆ ਜਾਓ, ਆਪਾਂ ਚਾਹ ਪੀਨੇ ਆ, ਗੱਲਾਂ ਕਰਨੇ ਆ। ਜਿਹੜੀ ਪਿਛਲੇ ਦਿਨਾਂ ਦੇ ਵਿੱਚ ਤਲਖੀ ਹੋਈ, ਉਸ ਤਲਖੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਪਰ ਕੇਜਰੀਵਾਲ ਸਾਹਿਬ ਪੰਜਾਬ ਆਏ ਨੇ, ਉਹ ਨਹੀਂ ਜਾ ਰਹੇ ਅੱਜ ਵੀ। ਔਰ ਉਸ ਤੋਂ ਪਹਿਲੇ ਤੁਸੀਂ ਬਿਲਕੁਲ ਠੀਕ ਕਿਹਾ, ਜਦ ਗਵਰਨਰ ਸਾਹਿਬ ਕੱਲ ਜਲੰਧਰ ਆਏ ਸੀਗੇ, ਤੇ ਇੱਥੇ ਦੇ ਜਿਹੜੇ ਪੁਲਿਸ ਕਮਿਸ਼ਨਰ ਨੇ ਕੁਲਦੀਪ ਸਿੰਘ ਚਾਲ, ਜਿਨ੍ਹਾਂ ਦੇ ਬਾਰੇ ਚ ਗਵਰਨਰ ਸਾਹਿਬ ਨੇ ਪਿਛਲੇ ਦਿਨਾਂ ਦੇ ਵਿੱਚੋਂ ਮਿਸਕੰਡਕਟ ਦੇ ਮੁੱਦੇ ਦੇ ਉੱਤੇ ਉਹਨਾਂ ਨੂੰ ਬਤੌਰ ਚੰਡੀਗੜ੍ਹ ਦਾ SSP ਹਟਾ ਦਿੱਤਾ ਸੀਗਾ। ਹੁਣ ਉਹਨਾਂ ਦੇ ਨਾਲ ਉਹਨਾਂ ਦਾ ਟਕਰਾਅ ਹੋਣਾ ਸੀਗਾ, ਪਰ ਚਾਲ ਸਾਹਿਬ ਪਹਿਲੇ ਹੀ 2 ਦਿਨ ਦੀ ਛੁੱਟੀ ਲੈ ਕੇ ਕਹਿੰਦੇ ਨੇ ਕਿ ਦਿੱਲੀ ਚਲੇ ਗਏ। ਕਹਿੰਦੇ ਕਿਉਂ ਨੇ? ਕਿਉਂਕਿ ਮੇਰੀ ਪੁਲਿਸ ਅਧਿਕਾਰੀਆਂ ਨਾਲ ਗੱਲ ਹੋਈ, ਕਹਿੰਦੇ ਨਹੀਂ ਉਹ ਤੇ ਪਹਿਲੀ ਛੁੱਟੀ ਲੈ ਗਏ ਸੀ 2 ਦਿਨ ਦੀ। ਹਾਲਾਂਕਿ 26 ਜਨਵਰੀ ਦਾ ਦਿਨ 26 ਜਨਵਰੀ ਨੂੰ ਹੀ ਹੁੰਦਾ ਹੈ, ਔਰ ਕਿਸੇ ਵੀ ਪੁਲਿਸ ਕਮਿਸ਼ਨਰ ਨੂੰ, DC ਨੂੰ ਜਾਂ ਵੱਡੇ ਅਧਿਕਾਰੀਆਂ ਨੂੰ ਚੰਗੀ ਤਰ੍ਹਾਂ ਪਤਾ ਹੁੰਦਾ ਹੈ ਕਿ ਇਸ ਦਿਨ ਕੋਈ ਵੀ ਸਾਡੇ ਖਾਸ ਮਹਿਮਾਨ ਜਿਹੜੇ ਇਸ ਰਿਪਬਲਿਕ ਡੇ ਫੰਕਸ਼ਨ ਤੇ ਆਣਗੇ, ਉਹਨਾਂ ਨੂੰ ਅਟੈਂਡ CP ਨੇ ਤੇ DC ਨੇ ਕਰਨਾ ਹੈ। ਪਰ ਚਲੋ ਆਪਾਂ ਇਸ ਪਾਸੇ ਨਹੀਂ ਤੁਰਦੇ, ਕਈ ਵਾਰ ਬੰਦਾ ਟਕਰਾਅ ਅਵੋਇਡ ਕਰਦਾ ਹੈ। ਪਰ ਇਹ ਹੁਣ ਰਾਊਂਡ ਗਵਰਨਰਾਂ ਦਾ ਤੇ ਚੀਫ ਮਿਨਿਸਟਰਾਂ ਦੀ ਲੜਾਈ ਦਾ ਇੱਕ ਨੈਕਸਟ ਰਾਊਂਡ ਤੇ ਪਹੁੰਚ ਗਿਆ। 1 ਤਰੀਕ ਨੂੰ ਸਾਡੇ ਗਵਰਨਰ ਸਾਹਿਬ ਬਾਰਡਰ ਡਿਸਟ੍ਰਿਕਟ ਤੇ ਜਾਣਗੇ, ਤੇ ਉਹਦਾ ਵੱਖਰਾ ਇੱਕ ਰਾਊਂਡ ਸਾਡੇ ਇੱਥੇ ਇੱਕ ਵਾਰ ਫੇਰ ਦੇਖਣ ਨੂੰ ਮਿਲੇਗਾ। ਦੇਖੋ, ਕੱਲ ਉੱਥੇ ਆਪਣੇ ਮੁੱਖ ਸਕੱਤਰ ਚੀਫ ਸੈਕਟਰੀ VK ਜੰਜੂਆ ਵੀ ਸੀਗੇ, DGP ਵੀ ਸੀਗੇ। ਮੈਨੂੰ ਲੱਗਦਾ ਸਿਆਣਪੇ ਕੀਤੀ ਗਈ ਕਿ ਗਵਰਨਰ ਸਾਹਿਬ ਦਾ ਕਿਤੇ ਮੂਡ ਖਰਾਬ ਹੋਵੇ ਉਸੇ ਹੀ ਪੁਲਿਸ ਅਧਿਕਾਰੀ ਨੂੰ ਦੇਖ ਕੇ, ਇਸ ਕਰਕੇ ਉਹਨੂੰ ਪਹਿਲਾਂ ਹੀ ਕਿਹਾ ਗਿਆ ਕਿ ਭਾਈ ਹੁਣ ਬਚ ਬਚਾ ਕੇ ਲੰਘ ਲਓ। ਵੈਸੇ ਸਰਦਾਰ ਹਰਮੀਤ ਸਿੰਘ ਜੀ, ਅੱਜ ਦਾ ਦਿਨ ਵੀ ਕਾਫੀ ਅਹਿਮ ਆ। ਅੱਜ ਆਮ ਆਦਮੀ ਪਾਰਟੀ ਨੇ 400 ਨਵੇਂ ਆਮ ਆਦਮੀ ਕਲੀਨਿਕ ਪੰਜਾਬ ਸਰਕਾਰ ਨੇ ਇਨੈਗੋਰੇਟ ਕਰਨੇ ਆ, ਔਰ ਕੇਜਰੀਵਾਲ ਸਾਹਿਬ ਦੇ ਸ਼ੁਭ ਹੱਥਾਂ ਨਾਲ ਇਹ ਕੰਮ ਕਰਾਇਆ ਜਾ ਰਿਹਾ। ਤੇ ਉਧਰਲੇ ਬੰਨੇ ਸ਼੍ਰੋਮਣੀ ਕਮੇਟੀ ਕਾਫੀ ਔਖੀ ਭਾਰੀ ਹੋ ਗਈ। ਉਹ ਕਹਿੰਦੀ 5 ਪਿਆਰਿਆਂ ਦੇ ਨਾਂ ਤੇ ਇਹ ਬਣੇ ਹੋਏ ਸੀਗੇ
ਜਿੰਨੇ ਵੀ ਅੰਮ੍ਰਿਤਸਰ ਦੇ ਵਿੱਚ ਘੱਟੋ ਘੱਟ 5 ਪਿਆਰਿਆਂ ਦੇ ਨਾਂ ਤੇ ਬਣੇ ਸੀ ਕਲੀਨਿਕ, ਹਸਪੀਟਲ, ਸੈਟੇਲਾਈਟ ਹਸਪੀਟਲ ਇਹਨਾਂ ਨੂੰ ਕਹਿੰਦੇ ਸੀ, ਆਖੇ ਉਹਨਾਂ ਨੂੰ ਤੁਸੀਂ ਨਰਾਦਰ ਕੀਤਾ, ਥੱਲੇ ਆਪਣਾ ਨਾਂ ਤਾਂ ਉਹ ਵੀ ਕਾਇਮ ਨੇ, ਉੱਤੇ ਲਿਖੇ ਹੋਏ ਨੇ, ਜਿਵੇਂ ਭਾਈ ਧਰਮ ਸਿੰਘ ਸੈਟੇਲਾਈਟ ਹੈਲਥ ਸੈਂਟਰ, ਔਰ ਥੱਲੇ ਲਿਖਿਆ ਹੋਇਆ ਕਿ ਆਮ ਆਦਮੀ ਕਲੀਨਿਕ। ਹੁਣ ਇਹ ਸਵਾਲ ਵੀ ਵੱਡਾ ਹੋ ਗਿਆ। ਉਧਰ ਘੱਟ ਗੁਜ਼ਾਰੀ ਨਹੀਂ ਯੂਪੀ ਵਾਲਿਆਂ, ਉਹਨਾਂ ਨੇ ਸੋਚਿਆ ਵੀ ਇਹ ਤਾਂ ਅੰਮ੍ਰਿਤਸਰ ਚ ਬਿਜੀ, ਅਸੀਂ ਚੰਡੀਗੜ੍ਹੋਂ ਵੱਡੇ ਵੱਡੇ ਜਿਹੜੇ ਸਨਅਤਕਾਰ ਆ ਉਹਨਾਂ ਨੂੰ ਮਨਾ ਕੇ ਲੈ ਜਾਈਏ ਵੀ ਯੂਪੀ ਆਓ, ਇੱਥੇ ਕੀ ਰੱਖਿਆ, ਲੇਬਰ ਸਾਰੀ ਤੁਹਾਨੂੰ ਉਧਰੋਂ ਮਿਲਦੀ ਆ, ਤੇ ਉੱਥੇ ਸਾਡਾ ਵੈਸੇ ਜ਼ਮੀਨਾਂ ਵੀ ਬੜੀਆਂ ਸਸਤੀਆਂ, ਸਰਕਾਰ ਵੀ ਮਿਹਰਬਾਨ ਰਹੂਗੀ, ਫਿਰ ਉਹ ਡਬਲ ਇੰਜਣ ਸਰਕਾਰ ਆ, ਉੱਥੇ ਤੁਹਾਨੂੰ ਕੋਈ ਮੁਸ਼ਕਿਲ ਨਹੀਂ ਆਉਂਦੀ, ਤੁਹਾਨੂੰ ਕੋਈ ਥ੍ਰੈਟ ਨਹੀਂ ਹੋਊਗਾ, ਤੁਹਾਨੂੰ ਕੋਈ ਬਿਊਰੋਕ੍ਰੇਸੀ ਦਾ ਡਰ ਨਹੀਂ ਹੋਊਗਾ, ਕਿਉਂਕਿ ਜਦੋਂ ਲੀਡਰਸ਼ਿਪ ਤਗੜੀ ਹੋਵੇ, ਇਹ ਦੋਹਰੀ ਜੀ ਮਾਰ ਵੱਜਣ ਡਈ ਆ। ਸਰਕਾਰ ਕਰਦੀ ਤੇ ਚੰਗਾ ਪਈ ਹੈ, ਲੇਕਿਨ ਸ਼ਰੀਕ ਕਰਨ ਨਹੀਂ ਦਿੰਦੇ, ਅਖੀਰ ਚ ਤਾਂ ਇਹੀ ਤੋੜਾ ਝਾੜਿਆ ਜਾਊਗਾ। ਕੀ ਕਹਿੰਦੇ ਹੋ ਹਮੀਰ ਸਿੰਘ ਜੀ? ਬਿਲਕੁਲ। ਇਹਦੇ ਤੋਂ ਪਹਿਲਾਂ ਮੈਂ ਪਹਿਲਾਂ ਵਾਲੇ ਸਵਾਲ ਤੇ ਇੱਕ ਗੱਲ ਕਰਨਾ ਚਾਹੁੰਦਾ ਨਾਲ ਜੋੜ ਕੇ, ਇਹਦੇ ਚ ਜਿਹੜਾ ਇੱਕ ਕੁਲਦੀਪ ਸਿੰਘ ਚਾਹਲ ਦਾ ਮੁੱਦਾ ਸੀ, ਉਹ ਮੁੱਦਾ ਚਰਚਾ ਚ ਆ ਕੇ ਉੱਥੇ ਹੀ ਛੱਡ ਦਿੱਤਾ ਗਿਆ। ਕੀ ਪੰਜਾਬ ਸਰਕਾਰ ਨੂੰ ਨਹੀਂ ਸੀ ਪਤਾ ਜਦੋਂ ਕਿ ਉਹਨਾਂ ਨੂੰ ਜਿਹੜੀ ਪਹਿਲੀ ਗੱਲ ਤਾਂ ਗਵਰਨਰ ਨੇ ਜਿਹੜੇ ਕਾਰਨ ਦੱਸੇ ਸੀਗੇ ਕਿ ਇਸ ਕਾਰਨ ਕਰਕੇ ਉਹਨੂੰ ਵਾਪਸ ਭੇਜਣਾ ਜ਼ਰੂਰੀ ਹੈ, ਕਿ ਉਹ ਸੀਰੀਅਸ ਕਾਰਨ ਨਹੀਂ ਮੰਨੇ ਗਏ, ਇਹਦਾ ਮਤਲਬ ਪੰਜਾਬ ਸਰਕਾਰ ਨੇ ਰਿਜੈਕਟ ਕਰਤਾ ਕੰਮ, ਕੋਈ ਇਹੋ ਜਿਹਾ ਸੀਰੀਅਸ ਕੰਸਰਨ ਨਹੀਂ ਹੈ, ਗਵਰਨਰ ਗਲਤ ਕਹਿ ਰਹੇ ਨੇ, ਇਹ ਪਬਲਿਕ ਦੇ ਡੋਮੇਨ ਚ ਆਉਣਾ ਚਾਹੀਦਾ। ਫਿਰ ਵੀ ਗਵਰਨਰ ਕੀ ਕਹਿੰਦੇ ਸੀ ਤੇ ਪੰਜਾਬ ਸਰਕਾਰ ਠੀਕ ਹੈ ਕਿ ਨਹੀਂ, ਇੱਕ ਅਧਿਕਾਰੀ, ਬੜੇ ਸੀਨੀਅਰ ਅਧਿਕਾਰੀ ਤੇ ਦੋ ਸੰਵਿਧਾਨਕ ਧਿਰਾਂ ਲੜ ਰਹੀਆਂ ਨੇ, ਲੋਕਾਂ ਨੂੰ ਪਤਾ ਹੀ ਨਾ ਲੱਗੇ ਡੈਮੋਕ੍ਰੇਸੀ ਦੇ ਵਿੱਚ ਕੀ ਕਾਰਨ ਸੀ। ਤੇ ਅਗਲੀ ਗੱਲ, ਉਹਨਾਂ ਨੂੰ ਇਹ ਵੀ ਪਤਾ ਸੀ ਕਿ ਗਵਰਨਰ ਸਾਹਿਬ ਨੂੰ ਜਲੰਧਰ ਜਾਣਾ ਹੈ, ਤੇ ਉੱਥੇ ਦੀ ਉਹ ਬਦਲੀ ਹੁਣੇ ਕੀਤੀ ਹੈ, ਕੋਈ ਪਹਿਲਾਂ ਨਹੀਂ ਕੀਤੀ। ਉਹਨੂੰ ਕਮਿਸ਼ਨਰ ਪੁਲਿਸ ਜਲੰਧਰ ਹੀ ਲਾਉਣਾ, ਹੋਰ ਵੀ ਕਿਤੇ ਲਾਇਆ ਜਾ ਸਕਦਾ ਸੀ। ਜੇਕਰ ਇਹਨਾਂ ਗੱਲਾਂ ਨੂੰ ਵੀ ਧਿਆਨ ਚ, ਇਹ ਵੀ ਚੀਫ ਸੈਕਟਰੀ ਨੇ ਧਿਆਨ ਚ ਤੇ ਚੀਫ ਮਿਨਿਸਟਰ ਨੇ ਰੱਖਣਾ ਹੁੰਦਾ ਕਿ ਕਿਹਨੂੰ ਆਪਾਂ ਕਿੱਥੇ ਲਾ ਰਿਹਾ, ਕਿ ਉੱਥੇ ਗਵਰਨਰ ਜਾ ਵੀ ਰਿਹਾ, ਨਹੀਂ ਜਾ ਰਿਹਾ, ਤੇ ਕੱਲ ਨੂੰ ਨਵੀਂ ਗੱਲ ਬਣੂਗੀ, ਫਿਰ ਉੱਥੇ ਬੰਦਾ ਸਾਹਮਣੇ ਆਏਗਾ ਤਾਂ ਕੀ ਕਿਹਾ ਜਾਏਗਾ। ਔਰ ਉਹ ਇਹ ਜਿਹੜੀਆਂ ਇੱਕ ਹੁੰਦਾ ਨਾ ਵੀ ਇੱਕ ਗੱਲ ਸਾਡੇ ਸਮਾਜ ਦੇ ਵਿੱਚ, ਇੱਕ ਅੱਜ ਖਬਰ ਹੈ, ਕੱਲ ਤੋਂ ਪਰਦਾ ਪੈ ਗਿਆ, ਪਰਸੋਂ ਫਿਰ ਪਰਦਾ ਪੈ ਗਿਆ, ਮਾਮਲਾ ਉੱਥੇ ਦਾ ਉੱਥੇ ਰਹਿੰਦਾ। ਔਰ ਕਿਹੋ ਜਿਹੇ ਸੰਗੀਨ ਗੱਲਾਂ ਸੀ, ਕਿਹੋ ਜਿਹੇ ਸੰਗੀਨ ਮਤਲਬ ਪਹਿਲੂ ਸੀਗੇ, ਇਹਨਾਂ ਤੇ ਮਿੱਟੀ ਪਾ ਕੇ ਅੱਗੇ ਚੱਲਣ ਦਾ ਜਿਹੜਾ ਰਿਵਾਜ ਹੈ, ਸ਼ਾਇਦ ਉਹ ਬਿਊਰੋਕ੍ਰੇਸੀ ਤੋਂ ਵੀ ਔਰ ਸੰਵਿਧਾਨਕ ਜਿਹੜੇ ਤੁਹਾਡੇ ਟਕਰਾਅ ਨੇ ਇਹਨਾਂ ਨੂੰ ਵੀ ਵਧਾਉਂਦਾ ਹੈ, ਇਹਨਾਂ ਨੂੰ ਕਿਤੇ ਨੇੜੇ ਲਾਉਣ ਦੇ ਲਈ ਕੋਸ਼ਿਸ਼ ਨਹੀਂ ਹੋ ਰਹੀ। ਇਹ ਵੀ ਇੱਕ ਰੀਜਨ ਸ਼ਾਇਦ ਗਵਰਨਰ ਨਾਲ ਤਾਲਮੇਲ ਦੀ ਕਮੀ ਦੇ ਵਿੱਚ ਦਿਖਾਈ ਦੇ ਰਿਹਾ। ਅੱਛਾ, ਇਹਦੇ ਚ ਹਮੀਰ ਸਿੰਘ ਜੀ ਤੁਸੀਂ ਗੱਲ ਛੇੜ ਲਈ ਹੈ, ਤੇ ਇਹਨੂੰ ਥੋੜਾ ਜਿਹਾ ਗਾਂਹ ਲੈ ਜਾਈਏ। ਇਹ ਵੀ ਸਵਾਲ ਹੈ ਕਿ ਜਦੋਂ ਗਵਰਨਰ ਨੇ ਪੱਤਰ ਲਿਖ ਕੇ ਮਿਸਕੰਡਕਟ ਦੀ ਗੱਲ ਕੀਤੀ ਸੀ, ਕਿ ਜਿਹੜੇ ਕਾਰਨਾਂ ਕਰਕੇ ਕੁਲਦੀਪ ਸਿੰਘ ਚਾਹਲ ਨੂੰ ਚੰਡੀਗੜ੍ਹ ਦੇ ਐਸਐਸਪੀ ਦੇ ਅਹੁਦੇ ਤੋਂ ਹਟਾਇਆ ਗਿਆ, ਕਿ ਪੰਜਾਬ ਸਰਕਾਰ ਨੂੰ ਗਵਰਨਰ ਨੇ ਡਿਟੇਲਡ ਕਾਰਨ ਨਹੀਂ ਲਿਖੇ? ਜੇ ਉਹਨਾਂ ਨੇ ਕੋਈ ਆਪਣੇ ਤੌਰ ਤੇ ਜਾਂਚ ਕਰਵਾਈ ਸੀ ਤੇ ਉਹ ਜਾਂਚ ਰਿਪੋਰਟ ਪੰਜਾਬ ਸਰਕਾਰ ਨੂੰ ਦੇਣੀ ਚਾਹੀਦੀ ਸੀ, ਕਿਉਂਕਿ ਗਵਰਨਰ ਪੰਜਾਬ ਦੇ ਨੇ, ਉਹ ਚੰਡੀਗੜ੍ਹ ਦੇ ਤੇ ਪ੍ਰਸ਼ਾਸਕ ਨੇ, ਮੁੱਢਲੀ ਜ਼ਿੰਮੇਵਾਰੀ ਤਾਂ ਉਹਨਾਂ ਦੀ ਪੰਜਾਬ ਦੀ ਆ। ਸੋ ਉਹਨਾਂ ਨੂੰ ਉਹ ਜਾਂਚ ਜਾਂ ਜਿਹੜੇ ਵੀ ਤੱਥ ਉਹਨਾਂ ਦੇ ਸਾਹਮਣੇ ਆਏ ਸੀ, ਉਹ ਹੋਰ ਜਾਂਚ ਲਈ ਪੰਜਾਬ ਸਰਕਾਰ ਨੂੰ ਦੇਣੇ ਚਾਹੀਦੇ ਸੀ। ਇਹ ਦਿੱਤੇ ਕਿ ਨਹੀਂ, ਇਹ ਕਦੇ ਪਰਦਾ ਨਹੀਂ ਚੱਕਿਆ ਗਿਆ। ਤੇ ਦੂਜੀ ਗੱਲ ਕਿ ਜੇ ਮੰਨ ਲਓ ਗਵਰਨਰ ਨੇ ਨਹੀਂ ਵੀ ਦਿੱਤੇ, ਤਾਂ ਮਿਸਕੰਡਕਟ ਦਾ ਜ਼ਿਕਰ ਕਰਕੇ ਇੱਕ ਕਿਰਕਰੀ ਹੋਈ ਆ ਪੰਜਾਬ ਦੇ ਨਜ਼ਰੀਏ ਤੋਂ, ਤੇ ਕੀ ਪੰਜਾਬ ਸਰਕਾਰ ਨੇ ਜ਼ਰੂਰੀ ਨਹੀਂ ਸਮਝਿਆ ਕਿ ਇਹਦੀ ਹੋਰ ਫਰਦਰ ਜਾਂਚ ਹੀ ਕਰਵਾ ਲਈਏ? ਜਾਂ ਜੇਕਰ ਕੋਈ ਜਾਂਚ ਆਰਡਰ ਕੀਤੀ ਹੁੰਦੀ ਜਾਂ ਇੰਟਰਨਲ ਵੀ ਹੁੰਦੀ, ਤੇ ਥੋੜੀ ਦੇਰ ਲਈ ਉਹਨਾਂ ਦੀ ਪੋਸਟਿੰਗ ਤੋਂ ਬਚਿਆ ਜਾ ਸਕੇ, ਤਾਂ ਕਿ ਇੱਕ ਇਮੇਜ, ਕਲੀਨ ਇਮੇਜ, ਸਾਫ਼ ਸੁਥਰਾ ਅਕਸ ਜਿਹੜਾ ਉਹ ਅੱਗੇ ਵੱਧਦਾ ਰਹੇ। ਇੱਥੇ ਕਿਤੇ ਕਾਹਲ ਦਿਖਾਈ ਗਈ ਹੈ, ਗਵਰਨਰ ਵੱਲੋਂ ਵੀ ਕਾਹਲ ਦਿਖਾਈ ਗਈ ਹੈ, ਜਾਂ ਉਹ ਜਾਂਚ ਕਰਵਾ ਕੇ ਉਹਦੀ ਰਿਪੋਰਟ ਭੇਜ ਕੇ ਨਾਲ ਉਹਨਾਂ ਨੂੰ ਵਾਪਸ ਭੇਜਦੇ ਜ਼ਿਆਦਾ ਅਹਿਮ ਸੀ। ਔਰ ਈਵਨ ਮੈਂ ਕਹਿੰਦਾ ਕਿ ਜੇ ਕੋਈ ਗਲਤੀ ਆ, ਕੋਈ ਗਲਤੀ ਕਰ ਰਿਹਾ, ਤੇ ਫਿਰ ਸਿਰਫ ਇੰਨਾ ਹੀ ਵੀ ਉਹਨੂੰ ਵਾਪਸ ਭੇਜ ਦਿਓ ਨਹੀਂ ਹੋਣਾ ਚਾਹੀਦਾ, ਫਿਰ ਤਾਂ ਕਾਰਵਾਈ ਹੋਣੀ ਚਾਹੀਦੀ ਹੈ। ਇਹ ਸਾਰੀਆਂ ਚੀਜ਼ਾਂ ਨੂੰ ਜ਼ਬਾਨ ਦਿਓ ਤੇਰਾ ਨਾਲ। ਬਿਲਕੁਲ ਨਹੀਂ, ਬਹੁਤ ਇੰਪੋਰਟੈਂਟ ਗੱਲ ਹੈ, ਕਿਉਂਕਿ ਉਦੋਂ ਜਦੋਂ ਗੱਲ ਚੱਲੀ ਇਸੇ ਮੁੱਦੇ ਤੇ ਚੀਫ ਸੈਕਟਰੀ ਵੀ ਗਵਰਨਰ ਨੂੰ ਮਿਲ ਕੇ ਆਉਂਦੇ ਨੇ, ਇਸੇ ਮੁੱਦੇ ਤੇ ਯੂਟੀ ਦੇ ਡੀਜੀਪੀ, ਪੰਜਾਬ ਦੇ ਡੀਜੀਪੀ ਨੂੰ ਮਿਲ ਕੇ ਆਉਂਦੇ ਨੇ, ਤੇ ਪੰਜਾਬ ਦੇ ਚੀਫ ਸੈਕਟਰੀ ਨੂੰ ਮਿਲ ਕੇ ਆਉਂਦੇ ਨੇ। ਇਹਦਾ ਮਤਲਬ ਕੋਈ ਗੱਲ ਤਾਂ ਐਡੀ ਡਿਸਕਸ ਹੋਈ ਹੋਣੀ ਹੈ ਨਾ, ਐਡਾ ਤਾਂ ਨਾਰਮਲ ਗੱਲ ਨਹੀਂ ਹੋਣੀ ਜਦੋਂ ਐਡੇ ਐਡੇ ਅਧਿਕਾਰੀ ਮਿਲਦੇ ਨੇ ਕਿਸੇ ਇੱਕ ਬੰਦੇ ਦੀ ਬਦਲੀ ਨੂੰ ਲੈ ਕੇ, ਇੱਕ ਬੰਦੇ ਨੂੰ ਵਾਪਸ ਭੇਜਣ ਨੂੰ ਲੈ ਕੇ। ਵੈਸੇ ਉਹਦੇ ਰੀਜਨ ਕੀ ਨੇ, ਗੱਲਾਂ ਬਾਤਾਂ ਹੋਈਆਂ ਕੀ ਹੈ, ਚੀਫ ਸੈਕਟਰੀ ਨੂੰ ਵੀ ਪਤਾ ਹੈ, ਡੀਜੀਪੀ ਨੂੰ, ਸਾਡੇ ਨੂੰ ਪਤਾ, ਜਾਂ ਗਵਰਨਰ ਨੂੰ ਪਤਾ, ਡਿਊਟੀ ਦੇ ਡੀਜੀਪੀ ਨੂੰ ਪਤਾ, ਸਭ ਨੂੰ ਪਤਾ ਹੈ। ਕੀ ਉਹਨਾਂ ਨੇ ਚੀਫ ਮਿਨਿਸਟਰ ਨੂੰ ਬਰੀਫ ਨਹੀਂ ਕੀਤਾ ਹੋਊਗਾ ਫਿਰ ਜਾ ਕੇ ਕਿ ਆਹ ਗੱਲਾਂ ਨੇ ਜੀ, ਅਸਲ ਚ ਐਸ ਕਰਕੇ ਉਹ ਕਹਿ ਰਹੇ ਨੇ। ਤੇ ਇਮੀਡੀਏਟ ਚੱਕ ਕੇ ਪ੍ਰਾਈਮ ਪੋਸਟਿੰਗ ਜਿਹੜੀ ਐਸਐਸਪੀ ਤੇ
ਡਿਪਟੀ ਕਮਿਸ਼ਨਰ ਪੁਲਿਸ ਦੀਆਂ ਪੋਸਟਾਂ ਤਾਂ ਪ੍ਰਾਈਮ ਤੇ ਪਬਲਿਕ ਡੀਲਿੰਗ ਵਾਲੀਆਂ ਪੋਸਟਾਂ ਨੇ ਨਾ। ਐ ਤਾਂ ਨਹੀਂ ਕਿ ਪੋਸਟ ਕਿਤੇ ਨਾ ਦਿਓ, ਪੋਸਟ ਕਿਤੇ ਵੀ ਦੇ ਦਿਓ, ਉਹਨੂੰ ਆਪਾਂ ਕਹਿੰਦੇ ਕਿ ਜਨਤਕ ਉਹਦੇ ਤੇ ਨਹੀਂ ਲੱਗਦਾ ਜਿੰਨਾ ਚਿਰ ਉਹ ਨਹੀਂ। ਜੇ ਉਹ ਕੁਝ ਵੀ ਨਹੀਂ ਹੈ, ਕੋਈ ਗੱਲ ਨਹੀਂ ਹੈ, ਤਾਂ ਵੀ ਉਹਨਾਂ ਨੇ ਐਡੇ ਵੱਡੇ ਅਫਸਰ ਦੀ ਫਿਰ ਤੋਹੀਨ ਕਿਉਂ ਕੀਤੀ? ਉਹ ਪਬਲਿਕ ਡੋਮੇਨ 'ਚ ਲਿਆਉਣਾ ਚਾਹੀਦਾ ਕਿ ਗਵਰਨਰ ਸਾਹਿਬ ਨੇ ਤਾਂ ਬਾਤ ਦਾ ਬਤੰਗੜ ਬਣਾਤਾ ਜੀ, ਗੱਲ ਕੋਈ ਨਹੀਂ ਸੀ, ਗੱਲ ਕੇਵਲ ਇੰਨੀ ਕੁ ਸੀ। ਇਹ ਵੀ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ। ਪੰਜਾਬ ਦੇ ਲੋਕਾਂ ਸਾਹਮਣੇ ਜਵਾਬਦੇਹ ਜਿਹੜੀ ਹੈ, ਔਰ ਉਹ ਡੈਮੋਕ੍ਰੈਟਿਕਲੀ ਇਲੈਕਟਡ ਗਵਰਨਮੈਂਟ ਹੈਗੀ ਹੈ, ਚੀਫ ਸੈਕਟਰੀ ਵੀ ਨੇ, ਡੀਜੀਪੀ ਵੀ ਨੇ, ਪੰਜਾਬ ਦੇ ਚੀਫ ਮਿਨਿਸਟਰ ਵੀ ਨੇ, ਔਰ ਇਹ ਜਾਣਨਾ ਚਾਹਣਗੇ ਲੋਕ। ਇਹਨੂੰ ਕੱਲੀ ਬੰਦ ਲਿਫਾਫੇ ਦੇ ਵਿੱਚ ਰੱਖ ਕੇ ਜਾਂ ਤੁਹਾਡੀ ਕੱਲੀ ਚਿੱਠੀ ਨਾਲ ਨਹੀਂ ਗੱਲ ਹੋਣੀ, ਤਾਂ ਕੱਲ ਨੂੰ ਤੁਸੀਂ ਕਿੰਨੀ ਸਪੋਰਟ ਕਰੋਗੇ? ਜਿਹੜੀ ਕੱਟੜ ਇਮਾਨਦਾਰ ਸਰਕਾਰ ਦੀ ਗੱਲ ਹੋ ਰਹੀ ਹੈ, ਤੇ ਜੇ ਇੱਕ ਐਲੀਗੇਸ਼ਨ ਸੰਵਿਧਾਨਕ ਪੋਸਟਾਂ ਵੱਲੋਂ ਲੱਗੇ ਨੇ ਉਸ ਬੰਦੇ ਤੇ, ਤਾਂ ਉਹ ਗੱਲ ਸਾਹਮਣੇ ਆਉਣੀ ਚਾਹੀਦੀ ਹੈ। ਨਹੀਂ ਉਹਨੂੰ ਰਿਜੈਕਟ ਕਰ ਦਿਓ। ਤੁਸੀਂ ਜਾਂਚ ਕਰਾ ਲਈ, ਕਿਹਨੇ ਜਾਂਚ ਕੀਤੀ? ਆਹ ਜਾਂਚ ਰਿਪੋਰਟ ਹੈ, ਅਸੀਂ ਉਹਨੂੰ ਕਲੀਨ ਚਿੱਟ ਦੇਤੀ ਹੈ, ਤਾਂ ਜਾ ਕੇ ਤੁਸੀਂ ਅੱਗੇ ਗੱਲ ਕਰ ਸਕਦੇ ਹੋ ਕਿ ਅਸੀਂ ਉਸ ਤੋਂ ਬਾਅਦ ਅਪਾਇੰਟਮੈਂਟ ਕੀਤੀ ਹੈ। ਤੇ ਜਿਹੜੀ ਗੱਲ ਇਦੋਂ ਬਾਅਦ ਦੀ ਹੈ ਜੀ, ਜਿਹੜੀ ਗੱਲ ਕਲੀਨਿਕਾਂ ਦੀ ਹੈ, ਇਹ ਬਿਲਕੁਲ ਇੱਕ ਗੱਲ ਤਾਂ ਹੈਗੀ ਹੈ ਕਿ ਖਾਲਸਾ ਪੰਥ ਦਾ ਸਾਜਣਾ ਦਿਵਸ ਸੀ 1999 ਦੇ ਵਿੱਚ, 300 ਸਾਲਾਂ। ਉਦੋਂ ਜਥੇਦਾਰ ਅਕਾਲ ਤਖਤ ਵੀ ਕੋਲ ਸੀ ਤੇ ਬਾਕੀ ਵੀ ਪ੍ਰਕਾਸ਼ ਸਿੰਘ ਬਾਦਲ ਸੀਗੇ ਉਸ ਸਮੇਂ। ਉਹਨਾਂ ਨੇ ਇਹ 5 ਕਲੀਨਿਕਾਂ ਹਸਪਤਾਲਾਂ ਨੂੰ, ਮੈਨੂੰ ਨਹੀਂ ਪਤਾ ਉਦੋਂ 5 ਪਿਆਰਿਆਂ ਦੇ ਨਾਂ ਤੇ ਤਾਂ ਰੱਖਤਾ, ਨਵੇਂ ਤਾਂ ਨਹੀਂ ਸੀ, ਪਰ ਉਹਨਾਂ ਹੀ ਹਸਪਤਾਲਾਂ ਨੂੰ ਸੈਟੇਲਾਈਟ ਹਸਪਤਾਲ 5 ਪਿਆਰਿਆਂ ਦੇ ਨਾਂ ਤੇ ਕਰਤੇ ਸੀ। ਇੱਕ ਰਣਜੀਤ ਐਵੇਨਿਊ ਸੀ, ਧਰਮ ਸਿੰਘ ਹਸਪਤਾਲ, ਭਾਈ ਧਰਮ ਸਿੰਘ ਹਸਪਤਾਲ ਜਿਹੜਾ ਸੈਟੇਲਾਈਟ ਹਸਪਤਾਲ ਰਣਜੀਤ ਐਵੇਨਿਊ ਦਾ ਸੀਗਾ, ਤੇ ਇੱਕ ਭਾਈ ਦਇਆ ਸਿੰਘ ਸੈਟੇਲਾਈਟ ਹਸਪਤਾਲ ਸੀ ਮੁਸਤਫਾਬਾਦ, ਇੱਕ ਭਾਈ ਮੋਹਕਮ ਸਿੰਘ ਸੈਟੇਲਾਈਟ ਹਸਪਤਾਲ ਜਿਹੜਾ ਸੀਗਾ ਸਕੇਤੜੀ, ਇੱਕ ਭਾਈ ਹਿੰਮਤ ਸਿੰਘ ਸੀਗਾ ਕਨੂਪੁਰ ਸੈਟੇਲਾਈਟ ਹਸਪਤਾਲ, ਇੱਕ ਭਾਈ ਸਾਹਿਬ ਸਿੰਘ ਸੈਟੇਲਾਈਟ ਹਸਪਤਾਲ ਸੀ ਫਤਿਹਪੁਰ। ਇਹ 4 ਬਣਾਏ ਸੀ ਉਦੋਂ ਉਹਨਾਂ ਦੇ ਨਾਂ ਤੇ ਇਸ ਪੱਧਰ ਦੇ ਉੱਤੇ। ਤੇ ਹੁਣ ਸੁਖਬੀਰ ਸਿੰਘ ਬਾਦਲ ਨੇ ਵੀ, ਸ਼੍ਰੋਮਣੀ ਕਮੇਟੀ ਨੇ ਵੀ ਇਹ ਦੋਸ਼ ਲਾਇਆ ਆਪਣੇ ਵੱਲੋਂ ਕਿ ਤੁਸੀਂ 20-25 ਲੱਖ ਰੁਪਏ ਤਾਂ ਸਾਰਿਆਂ ਤੇ ਹੀ ਲਾਇਆ ਕਿ ਸਾਡੀਆਂ ਪੁਰਾਣੀਆਂ ਡਿਸਪੈਂਸਰੀਆਂ, ਪੁਰਾਣੀਆਂ ਬਿਲਡਿੰਗਾਂ, ਉਹਨਾਂ ਨੂੰ ਕਲੀ ਕੁਚੀ ਕਰਕੇ ਥੋੜਾ ਬਹੁਤ ਸੁਧਾਰ ਕੇ ਤੇ 20-25 ਲੱਖ ਰੁਪਇਆ ਖਰਚ ਕਰਕੇ ਤੁਸੀਂ ਮਤਲਬ ਉਹਨੂੰ ਆਮ ਆਦਮੀ ਕਲੀਨਿਕ ਦਾ ਨਾਮ ਦੇ ਦਿੱਤਾ। ਚਲੋ ਨਾਮ ਤਾਂ ਕੋਈ ਵੀ ਦਿਓ ਜਾਂ ਕੁਝ ਵੀ, ਵੈਸੇ ਤਾਂ ਹੁੰਦਾ ਇਹੀ ਚਾਹੀਦਾ ਕਿ ਨਵੀਂ ਸਕੀਮ ਹੈ ਤਾਂ ਨਵਾਂ ਹੀ ਇਨਫਰਾਸਟ੍ਰਕਚਰ, ਨਵੇਂ ਤੌਰ ਤਰੀਕੇ ਉਸ ਲੈਵਲ ਤੇ ਹੋਣੇ ਚਾਹੀਦੇ ਨੇ। ਪਰ ਇਹ ਥੋੜਾ ਜਿਹਾ ਜਜ਼ਬਾਤੀ ਇਸ਼ੂ ਹੋ ਜਾਂਦਾ ਹੈ, ਧਾਰਮਿਕ ਐਂਗਲ ਤੋਂ ਉਠਾ ਰਹੀ ਹੈ ਸ਼੍ਰੋਮਣੀ ਕਮੇਟੀ ਕਿ ਜਿਹੜੇ 5 ਪਿਆਰਿਆਂ ਦੇ ਨਾਂ ਤੇ ਸੀਗੇ ਉਹਦੇ ਸਾਹਮਣੇ ਫੱਟਾ ਆਮ ਆਦਮੀ ਕਲੀਨਿਕ ਦਾ ਨਾਮ ਲਾਉਂਦੇ, ਹੋਰ ਬਥੇਰੇ ਸੀਗੇ ਉੱਥੇ ਲਾ ਲੈਂਦੇ ਕਿਤੇ, ਤਾਂ ਕਿ ਇਹ ਵਿਵਾਦ ਉਸ ਲੈਵਲ ਤੇ ਨਾ ਬਣਦਾ। ਜਿਹੜਾ ਨਾਮਾਂ ਦੇ ਵਿੱਚ ਕੀ ਰੱਖਿਆ ਇੱਕ ਵਾਰੇ ਆਪਾਂ ਕਹਿੰਦੇ, ਪਰ ਨਾਲ ਦੀ ਨਾਲ ਉਹ ਕਹਿੰਦੇ ਨਾਂ 'ਚ ਸਭ ਕੁਝ ਰੱਖਿਆ। ਉੱਥੇ ਮੋਹਰ ਮੇਰੀ ਜਿਹੜੀ ਅਮਰ ਹੋਣ ਦੀ ਇੱਕ ਗਲਤਫਹਿਮੀ ਹੈ ਨਾ ਸਾਰਿਆਂ 'ਚ, ਪਾਰਟੀਆਂ 'ਚ, ਬੰਦਿਆਂ 'ਚ, ਕਿ ਮੇਰਾ ਨਾਂ ਉੱਥੇ ਹਰ ਵਾਰ ਸਾਹਮਣੇ ਰਹੇ ਸਾਰੇ ਕਿਤੇ। ਔਰ ਅਮਰ ਮੈਨੂੰ ਲੱਗਦਾ ਕਿ ਤੁਸੀਂ ਕਿਤੇ ਵੀ ਨਾ ਲਿਖੋ ਨਾ, ਲੋਕ ਗੱਲਾਂ ਕਰਦੇ ਨੇ ਚੀਫ ਮਿਨਿਸਟਰਾਂ ਦੇ। ਲਛਮਣ ਸਿੰਘ ਗਿੱਲ ਦਾ ਨਾਂ ਕਿੰਨੇ ਕੁ ਪੱਥਰਾਂ ਤੇ ਤੁਸੀਂ ਸੁਣਿਆ, ਕਿੰਨੇ ਉਹਦੀ, ਪਰ ਜਦ ਵੀ ਚੀਫ ਮਿਨਿਸਟਰਾਂ ਦੀ ਗੱਲ ਆਊ ਪੰਜਾਬ 'ਚ ਮੰਨਿਆ ਜਾਊਗਾ ਕਿ ਕੇਵਲ ਬਹੁਤ ਕੁਝ ਮਹੀਨਿਆਂ ਦੇ ਕਾਰਜਕਾਲ ਦੇ ਦੌਰਾਨ ਆਹ ਵੱਡੇ ਕੰਮ ਹੋ ਸਕਦੇ ਸੀ, ਔਰ ਉਹ ਬੰਦੇ ਨੇ ਕੀ ਕਰਤੇ ਨੇ। ਤੇ 5 ਵਾਰ ਦੇ ਚੀਫ ਮਿਨਿਸਟਰ ਕੋਲ ਉਹਨਾਂ ਨਹੀਂ ਆਉਣਾ ਨਾਮ ਜਿਹੜਾ ਕਿੱਥੇ ਕਿੱਥੇ ਕੀਤਾ, ਕੀ ਕੀ ਕੀਤਾ ਦਿਖਾਈ ਨਹੀਂ ਦੇਊਗਾ, ਕਿਉਂਕਿ ਜਦੋਂ ਕੰਮ ਕਰਦੇ ਹੋ ਤੁਸੀਂ। ਪ੍ਰਤਾਪ ਸਿੰਘ ਕੈਰੋਂ ਦੇ ਨਾਲ ਜੁੜਦੀਆਂ ਨੇ ਚੀਜ਼ਾਂ ਕਿ ਆਹ ਚੀਜ਼ਾਂ ਨੇ ਉਹਦੇ ਵੇਲੇ ਆਹ ਫਾਊਂਡੇਸ਼ਨ ਹੋਈ, ਆਹ ਚੀਜ਼ਾਂ ਨੇ। ਇਸ ਲਈ ਕੱਲੇ ਨਾਮ ਲਿਖ ਕੇ ਨਹੀਂ ਚੱਲਣਾ ਕੰਮ। ਉਹ ਜਿਹੜੀਆਂ ਚੀਜ਼ਾਂ ਹੋਈਆਂ ਹੁੰਦੀਆਂ ਨੇ ਲੋਕਾਂ ਦੇ ਸਹੂਲਤ ਦੇ ਵਿੱਚ, ਉਹ ਕੰਮ ਕਰਦੀਆਂ ਨੇ, ਲੋਕਾਂ ਨੂੰ ਸਹੂਲਤ ਦਿੰਦੀਆਂ ਨੇ ਜਾਂ ਨਹੀਂ ਦਿੰਦੀਆਂ, ਉਹਦੇ ਨਾਲ ਤੁਹਾਡਾ ਨਾਂ ਚਮਕਣਾ ਹੈ, ਤੁਹਾਡਾ ਉਹ ਟੈਨਿਓਰ ਹਿਸਟਰੀ ਦੇ ਵਿੱਚ ਚਮਕਣਾ ਹੈ। ਉਦੋਂ ਬਿਨਾਂ ਨਹੀਂ ਚਮਕਣਾ ਕਿਸੇ ਵੀ ਰੂਪ ਦੇ ਵਿੱਚ। ਇੱਕ ਤਾਂ ਇਹ ਗੱਲ ਜ਼ਰੂਰ ਮੇਰਾ ਖਿਆਲ ਹੈ ਧਿਆਨ 'ਚ ਰੱਖਣੀ ਚਾਹੀਦੀ ਹੈ ਇਹੋ ਜਿਹੀਆਂ ਗੱਲਾਂ ਨੂੰ ਜੀ। ਹੁਣ ਜਦੋਂ ਆਪਾਂ ਇਹ ਪ੍ਰੋਗਰਾਮ ਰਿਕਾਰਡ ਕਰ ਰਹੇ ਹਾਂ ਤਾਂ ਉਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਬਾਡੀ ਅੰਤਰਿੰਗ ਕਮੇਟੀ ਦੀ 71 ਮੀਟਿੰਗ ਸ਼ੁਰੂ ਹੋ ਚੁੱਕੀ ਆ, ਔਰ ਉਹਦੇ ਵਿੱਚ ਮੇਰਾ ਖਿਆਲ ਕਿ ਇਹ ਮਤਾ ਪਾਸ ਕੀਤਾ ਜਾਊਗਾ, ਕਿਉਂਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਆਲਾ ਅਧਿਕਾਰੀ ਇਹ ਗੱਲ ਕਰ ਰਹੇ ਸੀਗੇ ਕਿ ਜਿਹੜਾ 5 ਪਿਆਰਿਆਂ ਦੇ ਨਾਂ ਤੇ ਹਸਪਤਾਲਾਂ ਨੂੰ ਤੁਸੀਂ ਆਮ ਆਦਮੀ ਕਲੀਨਿਕ ਦੇ, ਕਿਉਂਕਿ ਇੱਕ ਪਾਰਟੀ ਇਹਨੂੰ ਮੰਨਿਆ ਜਾ ਰਿਹਾ ਕਿ ਆਮ ਆਦਮੀ ਕਲੀਨਿਕ ਦਾ ਮਤਲਬ ਹੈ ਕਿ ਤੁਸੀਂ ਆਪਣੀ ਮੋਹਰ ਲਾਉਂਦੇ ਹੋ, ਆਪਣੀ ਪਾਰਟੀ ਦੇ ਨਾਂ ਦੇ ਪਹਿਲੇ 2 ਅੱਖਰ ਉਹਦੇ ਚਲਾਉਂਦੇ ਹੋ। ਸੋ ਇਹ ਵੀ ਅਗਲੇ ਥੋੜੀ ਦੇਰ 'ਚ ਸਾਨੂੰ ਪਤਾ ਲੱਗ ਜਾਊਗਾ। ਭਾਸਕਰ ਸਾਹਿਬ, ਜਦੋਂ ਲਿਫਾਫਿਆਂ ਦੀ ਗੱਲ ਕਰ ਰਹੇ ਸੀ ਸਰਦਾਰ ਹਰਮੀਤ ਸਿੰਘ, ਤਾਂ ਤੁਸੀਂ ਉਹ ਪਟੀਸ਼ਨ ਦੇਖੀ ਆ ਸ਼ਾਇਦ, ਜਿਹੜੀ ਨਵੇਂ ਸਿਰਿਓਂ ਦਾਖਲ ਕੀਤੀ ਆ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਸੀਨੀਅਰ ਐਡਵੋਕੇਟ ਸਰਦਾਰ ਨਵਕਿਰਨ ਸਿੰਘ ਹੋਰਾਂ ਨੇ,
ਤੇ ਉਹ ਹੈਗੀ ਆ ਨਸ਼ਿਆਂ ਦੇ ਸੰਦਰਭ ਦੇ ਵਿੱਚ ਦੇਰ ਤੋਂ ਪੈਂਡਿੰਗ ਚੱਲੀਆਂ ਆਉਂਦੀਆਂ ਜਾਂਚਾਂ, ਔਰ ਖਾਸ ਤੌਰ ਤੇ ਜਾਂਚਾਂ ਹੋਣ ਤੋਂ ਬਾਅਦ ਸੀਲਬੰਦ ਲਿਫਾਫਿਆਂ ਦੇ ਵਿੱਚ ਮਾਣਯੋਗ ਅਦਾਲਤ ਦੇ ਸਨਮੁਖ ਪਈਆਂ, ਉਹਨਾਂ ਨੂੰ ਜਨਤਕ ਕਰਨ ਬਾਰੇ, ਉਹਨਾਂ ਤੇ ਕਾਰਵਾਈ ਸ਼ੁਰੂ ਕਰਾਉਣ ਬਾਰੇ, ਫੈਸਲਾਕੁਨ ਹੋਣ ਬਾਰੇ ਇਹ ਵੀ ਜ਼ਰਾ ਸਾਂਝ ਪਵਾ ਦਿਓ ਇੱਕ ਵਾਰੀ ਫਿਰ, ਕਿਉਂਕਿ ਅੱਗੇ ਤਾਂ ਸਿਰਫ ਇੱਕ ਅਕਾਲੀ ਦਲ ਦੇ ਲੀਡਰ ਦੇ ਨਾਂ ਤੇ ਹੀ ਰੌਲਾ ਪੈ ਜਾਂਦਾ ਹੁੰਦਾ ਸੀ, ਹੁਣ ਤਾਂ ਉਹ ਵੀ ਪ੍ਰਕਿਰਿਆ ਲਗਭਗ ਸਿਰੇ ਲੱਗ ਚੁੱਕੀ ਆ, ਜ਼ਮਾਨਤਾਂ ਤੇ ਨੇ ਸਾਰੀ ਗੱਲ। ਹੁਣ ਜਿਹੜੀ ਇਹ ਰਿਪੋਰਟ ਜਿਹੜੀ ਜਨਤਕ ਕਰਨ ਲਈ ਕਿਹਾ ਜਾ ਰਿਹਾ, ਇਹਦੇ ਬਾਰੇ ਜਰਾ ਦੱਸੋ ਕਿ ਉਹਨਾਂ ਦੀ ਮੰਗ ਕੀ ਕਰ ਰਹੀ ਆ ਪਟੀਸ਼ਨ। ਰੰਧਾਵਾ ਜੀ, ਪਿਛਲੇ ਦਿਨਾਂ ਦੇ ਵਿੱਚ ਬੰਦ ਲਿਫਾਫਿਆਂ ਦਾ ਜ਼ਿਕਰ ਜਦ ਚੰਨੀ ਉਹਨਾਂ ਦੀ ਸਰਕਾਰ ਬਣੀ ਸੀ ਤਦ ਤੇ ਇੱਕ ਸਿਖਰ ਤੇ ਸੀਗਾ, ਔਰ ਉਹਨਾਂ ਬੰਦ ਲਿਫਾਫਿਆਂ ਦੇ ਵਿੱਚੋਂ ਇੱਕ ਲਿਫਾਫਾ ਖੋਲ ਕੇ ਉਹ ਬਿਕਰਮ ਸਿੰਘ ਮਜੀਠੀਆ ਉਹਨਾਂ ਦੇ ਖਿਲਾਫ ਇੱਕ FIR ਦਰਜ ਹੋਈ ਸੀ। 5.5 ਮਹੀਨੇ ਉਹਨਾਂ ਨੂੰ ਅੰਦਰ ਹੋਣਾ ਪਿਆ, ਪਰ ਉਹਦੇ ਨਾਲ ਇੱਕ 3 ਬੰਦ ਲਿਫਾਫਿਆਂ ਦਾ ਜ਼ਿਕਰ ਹੋਰ ਹੁੰਦਾ ਸੀ ਉਸ ਟਾਈਮ। ਉਹ ਸੀਗੀ ਰਿਪੋਰਟ SIT ਦੀ, ਜਿਹੜੀ DGP ਵੀ ਰਹੇ ਨੇ ਸਾਡੇ ਸਿਧਾਰਥ ਚਟੋਪਾਧਿਆ। ਉਹਨਾਂ ਨੇ ਇੱਕ ਪੁਲਿਸ ਦੀ ਔਰ ਡਰੱਗ ਪੈਡਲਰਸ ਦੀ ਨੈਕਸਸ ਦੇ ਉੱਤੇ ਇੱਕ ਇਨਕੁਆਇਰੀ ਕੀਤੀ ਸੀ। ਉਹ SIT ਦੇ ਮੁਖੀ ਸੀਗੇ। ਉਹਨਾਂ ਨੇ ਇਹ ਜਿਹੜੀ ਇਨਕੁਆਇਰੀ ਐਸਿਟ ਬਣੀ ਸੀ, ਇਹ 2017 ਦੇ ਵਿੱਚ ਬਣੀ ਸੀ, ਔਰ ਇਹਨਾਂ ਨੇ 1 ਫਰਵਰੀ ਨੂੰ ਆਪਣੀ ਇੱਕ ਰਿਪੋਰਟ ਦੇ ਦਿੱਤੀ ਸੀ। ਉਸ ਰਿਪੋਰਟ ਨੂੰ ਬੰਦ ਲਿਫਾਫੇ ਦੇ ਵਿੱਚ ਦਿੱਤਾ ਸੀਗਾ ਔਰ ਫਰਦਰ ਇਨਵੈਸਟੀਗੇਸ਼ਨ ਵਾਸਤੇ, ਜਿਸ ਰਿਪੋਰਟ ਦੇ ਵਿੱਚ ਕੁਝ ਪੁਲਿਸ ਅਫਸਰ, ਖਾਸ ਕਰਕੇ ਇੰਦਰਜੀਤ ਸਿੰਘ, ਇੰਸਪੈਕਟਰ ਇੰਦਰਜੀਤ ਸਿੰਘ, ਜੋ ਡਰੱਗ ਦੇ ਕੇਸ ਦੇ ਵਿੱਚ ਫੜਿਆ ਵੀ ਗਿਆ ਸੀ, ਔਰ SSP ਹੁੰਦੇ ਸੀ ਉਸ ਟਾਈਮ ਮੋਗਾ ਦੇ ਰਾਜਜੀਤ ਸਿੰਘ, ਉਹਨਾਂ ਦੇ ਬਾਰੇ ਚ ਕੁਝ ਉਜਾਗਰ ਕਰਤੇ ਹੋਏ ਗੱਲਾਂ ਉਹਨਾਂ ਨੇ ਇਹ ਗੱਲਾਂ ਅੱਗੇ ਕੀਤੀ ਸੀ। ਪਰ ਹਾਂ, ਜ਼ਿਕਰਯੋਗ ਇਹ ਵੀ ਹੈ ਕਿ ਇਸ ਤੋਂ ਪਹਿਲੇ ਜਿਹੜੀ ਮੇਨ ਪਟੀਸ਼ਨ ਪਾਈ ਸੀ ਜਾਂ ਇਨਕੁਆਇਰੀ ਦੀ ਮੰਗ ਕੀਤੀ ਸੀ ਜਾਂ ਸਿੱਟ ਨੂੰ ਕਨਸਟੀਟਿਊਟ ਕੀਤਾ ਸੀ, ਉਹ ਕੀਤਾ ਸੀਗਾ DGP ਜੇਲ੍ਹ ਹੁੰਦੇ ਸੀ ਸ਼ਸ਼ੀਕਾਂਤ, ਜਿਨ੍ਹਾਂ ਨੇ ਇੱਕ ਐਲੀਗੇਸ਼ਨ ਲਾਇਆ ਸੀਗਾ ਕਿ ਉਹਨਾਂ ਕੋਲ ਇੱਕ ਇਸ ਤਰ੍ਹਾਂ ਦੀ ਲਿਸਟ ਹੈਗੀ ਹੈ ਜਿਹਦੇ ਵਿੱਚ ਪੁਲਿਸ ਅਫਸਰਾਂ ਦਾ, ਪੋਲੀਟੀਸ਼ੀਅਨਾਂ ਦਾ ਨਾਂ ਹੈਗਾ ਜਿਹੜੇ ਡਰੱਗ ਦੇ ਕਾਰੋਬਾਰ ਦੇ ਵਿੱਚ ਲਿਪਤ ਹੈਗੇ ਨੇ। ਪਰ ਉਹ ਗੱਲ ਕੋਰਟ ਦੇ ਵਿੱਚ ਚੱਲੀ ਔਰ ਉਸ ਤੋਂ ਬਾਅਦ ਸਿੱਟ ਬਣੀ ਸੀ। ਇਸ ਸਿੱਟ ਨੇ ਹਜੇ ਤੱਕ 3 ਰਿਪੋਰਟਾਂ ਦੇ ਚੁੱਕੇ ਨੇ, ਜਿਸ ਤਰ੍ਹਾਂ 1 ਫਰਵਰੀ ਦੀ ਰਿਪੋਰਟ ਦੇ ਬਾਰੇ ਮੈਂ ਪਹਿਲਾਂ ਹੀ ਦੱਸ ਚੁੱਕਿਆ। ਦੂਜੀ ਇਹਨਾਂ ਨੇ 15 ਮਾਰਚ 2018 ਦੇ ਵਿੱਚ ਦਿੱਤੀ ਸੀ। STF ਦੇ ਮੁਖੀ ਹੁੰਦੀ ਸੀ ਹਰਪ੍ਰੀਤ ਸਿੱਧੂ ਹੋਣਾ, ਜਿਨ੍ਹਾਂ ਨੇ ਉਹਦੀ ਇਨਵੈਸਟੀਗੇਸ਼ਨ ਕਰਕੇ ਰਾਜਜੀਤ ਜਾਂ ਫਿਰ ਇੰਦਰਜੀਤ ਉਹਨਾਂ ਦੀ ਜਿਹੜੀ ਗੱਲ ਹੈ ਉਹਦੇ ਬਾਰੇ ਚ ਕੁਝ ਜ਼ਿਕਰ ਕੀਤਾ ਸੀ। ਇਹ ਵੀ ਯਾਦ ਹੋਏਗਾ ਤੁਹਾਨੂੰ, ਰਾਜਜੀਤ ਉਹਨਾਂ ਨੇ ਹਰਪ੍ਰੀਤ ਸਿੱਧੂ ਉਹਨਾਂ ਦੇ ਅਗੇਂਸਟ ਕਹਿ ਲਓ ਕਿ ਵੀ ਇਹ ਅਗਰ ਕੋਈ ਮੇਰੇ ਖਿਲਾਫ ਇਨਕੁਆਇਰੀ ਕਰਨਗੇ ਤੇ ਉਹ ਬਾਇਸ ਹੋਏਗੀ ਕਿਉਂਕਿ ਇਹ ਮੇਰੇ ਨਾਲ ਪਰਸਨਲ ਐਨਿਮਿਟੀ ਰੱਖਦੇ ਨੇ। ਉਹਨਾਂ ਨੇ ਹਾਈ ਕੋਰਟ ਦਾ ਦਰਵਾਜ਼ਾ ਖਟਖਟਾਇਆ ਸੀ ਔਰ ਉਸ ਤੋਂ ਬਾਅਦ ਇਹ ਜਾਂਚ ਕਿਸੇ ਹੋਰ ਅਫਸਰ ਨੂੰ ਵੀ ਚਲੀ ਗਈ ਸੀ। 8 ਮਈ 2018 ਨੂੰ ਤੀਜੀ ਰਿਪੋਰਟ ਸਬਮਿਟ ਕੀਤੀ ਗਈ, ਪਰ ਉਹ ਰਿਪੋਰਟ ਹਜੇ ਤੱਕ ਬੰਦ ਲਿਫਾਫਿਆਂ ਦੇ ਵਿੱਚ ਹੀ ਹੈ। ਜਦ ਅਸੀਂ ਗੱਲ ਕਹਿੰਦੇ ਹਾਂ ਕਿ ਹਾਈ ਕੋਰਟ ਦੇ ਵਿੱਚ ਬੰਦ ਲਿਫਾਫਿਆਂ ਦੇ ਵਿੱਚ ਪਈ ਹੋਈ ਰਿਪੋਰਟ ਦੀ, ਤੇ ਉਹ ਰਿਪੋਰਟ ਨਾਲ ਦੇ ਨਾਲ ਸਰਕਾਰ ਕੋਲ ਵੀ ਜਾਂਦੀ ਹੈ। ਸਰਕਾਰ ਨੇ ਵੀ ਉਹਨਾਂ ਬੰਦ ਲਿਫਾਫਿਆਂ ਦੇ ਬਾਰੇ ਚ ਹਜੇ ਤੱਕ ਕੋਈ ਜ਼ਿਕਰ ਨਹੀਂ ਕੀਤਾ। ਹੁਣ ਨਵਕਿਰਨ ਸਿੰਘ ਐਡਵੋਕੇਟ ਹੈਗੇ ਨੇ, ਸੀਨੀਅਰ ਐਡਵੋਕੇਟ, ਉਹਨਾਂ ਨੇ ਇੱਕ ਵਾਰ ਹੋਰ ਡਬਲ ਬੈਂਚ ਦੇ ਸਾਹਮਣੇ ਐਪਲੀਕੇਸ਼ਨ ਪਾਈ ਹੈ, ਜਿਹਦੀ ਹੀਅਰਿੰਗ ਅੱਜ ਹੈਗੀ ਹੈ। ਗੁਜ਼ਾਰਿਸ਼ ਕੀਤੀ ਜਾਏਗੀ ਅਦਾਲਤ ਨੂੰ, ਕਿਉਂਕਿ ਨਾ ਤੇ ਸਰਕਾਰਾਂ ਨੇ ਉਹ ਲਿਫਾਫੇ ਖੋਲੇ, ਨਾ ਹੀ ਅਦਾਲਤਾਂ ਨੇ ਹਜੇ ਤੱਕ ਉਹਨਾਂ ਲਿਫਾਫੇ ਨੂੰ ਖੋਲ ਕੇ ਦੇਖਿਆ, ਤੇ ਕਿਉਂ ਨਾ ਉਹ ਲਿਫਾਫੇ ਖੋਲ ਕੇ ਅੱਗੇ ਦੀ ਕਾਰਵਾਈ ਵਾਸਤੇ ਸਰਕਾਰ ਨੂੰ ਲਿਖਿਆ ਜਾਏ ਜਾਂ ਸਰਕਾਰ ਤੋਂ ਇਹ ਪੁੱਛਿਆ ਜਾਏ ਕਿ ਕੀ ਐਕਸ਼ਨ ਤੁਸੀਂ ਇਹਨਾਂ ਰਿਪੋਰਟਸ ਦੇ ਉੱਤੇ ਲਿੱਤਾ, ਉਹ ਵੀ ਤਦ ਜਦ ਡਰੱਗ ਦੇ ਖਿਲਾਫ ਕਾਰਵਾਈ ਕਰਨ ਦੀ ਗੱਲਾਂ ਸਰਕਾਰਾਂ ਬੜੇ ਵੱਡੇ ਪੱਧਰ ਤੇ ਕਰਦੀ ਹੈ, ਪਰ ਗਰਾਊਂਡ ਲੈਵਲ ਤੇ ਪੁਲਿਸ ਦੀ ਔਰ ਜਿਹੜੀ ਡਰੱਗ ਕਾਰੋਬਾਰੀਆਂ ਦੇ ਨੈਕਸਸ ਹੈਗੀ ਹੈ, ਉਹਦੇ ਅੱਗੇ ਸਰਕਾਰਾਂ ਅੱਗੇ ਵੱਧਦੀ ਨਜ਼ਰ ਨਹੀਂ ਆਉਂਦੀ। ਸਰਦਾਰ ਹਰਮੀਤ ਸਿੰਘ ਜੀ, ਨਾ ਤਾਂ ਕਦੇ ਨਸ਼ੇ ਮੁੱਕੇ, ਨਾ ਕਦੇ ਸਿਵੇ ਠੰਡੇ ਹੋਏ। ਅੱਜ ਪੰਜਾਬ ਦੀ ਸਥਿਤੀ ਅੱਗੇ ਨਾਲੋਂ ਵੀ ਨਾਜ਼ੁਕ ਹੋ ਗਈ ਆ। ਨਸ਼ੇ ਵੀ ਮਿਲਾਵਟੀ ਆਉਣ ਲੱਗ ਪਏ। ਨਸ਼ੇ ਲੈ ਕੇ ਹੁਣ ਕਿਸੇ ਨੂੰ ਕੋਈ ਸਕੂਨ ਨਹੀਂ ਮਿਲਦਾ। ਹੁਣ ਨਸ਼ਿਆਂ ਨਾਲ ਮੌਤਾਂ ਬਹੁਤ ਮਾੜੇ ਦੌਰ 'ਚ ਦਾਖਲ ਹੋ ਗਈਆਂ। ਹਾਲਾਂਕਿ ਇਹਨਾਂ ਦੀ ਸੁਰਖੀ ਬਣਨੀ ਹਟ ਗਈ। ਸਾਡੇ ਪੰਜਾਬੀਆਂ ਦਾ ਸੁਭਾਅ ਹੈ, ਉਹ ਇੱਕ ਸੁਰਖੀ ਤੋਂ ਦੂਜੀ ਤੇ ਸ਼ਿਫਟ ਹੁੰਦੇ ਰਹਿੰਦੇ ਆ। ਜਿੰਨਾ ਚਿਰ ਫਿਰ ਕੋਈ ਬਹੁਤ ਵੱਡੀ ਘਟਨਾ ਸਾਹਮਣੇ ਨਹੀਂ ਆਉਂਦੀ, ਉਹਨਾਂ ਚਿਰ ਅਸੀਂ ਸੁਸਤ ਹੋ ਜਾਂਦੇ ਹਾਂ, ਸਿਆਸਤ ਕਰਦੇ ਰਹਿੰਦੇ ਹਾਂ। ਇਹਦੇ ਉੱਤੇ ਅਦਾਲਤਾਂ ਦੇ ਵਿੱਚ ਬੜੀ ਸੁਸਤ ਪ੍ਰਕਿਰਿਆ ਨਾਲ ਕਾਰਵਾਈ ਅੱਗੇ ਚੱਲਦੀ ਰਹਿੰਦੀ। ਛੋਟੀ ਜਿਹੀ ਟਿੱਪਣੀ ਮੈਂ ਤੁਹਾਡੇ ਤੋਂ ਚਾਹੁੰਦਾ, ਫਿਰ ਅਸੀਂ ਗੱਲ ਉਹ ਯੂਪੀ ਵਾਲਿਆਂ ਦੀ ਜ਼ਰੂਰ ਕਰਨੀ, ਅੱਗੇ ਵਿੱਚੇ ਰਹਿ ਗਈ ਸੀ। ਇਹਦੇ ਚ ਬਿਲਕੁਲ ਨਸ਼ਾ ਤਾਂ ਬਹੁਤ ਲੰਬੇ ਸਮੇਂ ਤੋਂ ਸਾਡਾ ਪੋਲੀਟੀਕਲ ਮੁੱਦਾ ਵੀ ਬਣਿਆ ਹੋਇਆ, ਬੜੇ ਮਤਲਬ ਖਾਸ ਤੌਰ ਤੇ 2014 ਦੀ ਲੋਕ ਸਭਾ ਚੋਣ ਤੋਂ ਲੈ ਕੇ, ਔਰ ਇਸੇ ਤਰੀਕੇ ਦੇ ਨਾਲ ਜਿਹੜੇ ਬਾਕੀ ਮਾਮਲੇ ਵੀ ਨੇ, ਬਹੁਤ ਵੱਡੇ ਮਾਮਲੇ ਕਈ ਵਾਰ ਛੁਪ ਰਹੇ ਨੇ ਸਾਡੇ। ਨਸ਼ੇ ਨਾਲ ਮਰਨ ਵਾਲੇ ਬੰਦੇ, ਕਰਜ਼ੇ ਦੇ ਕਾਰਨ ਕਿਸਾਨ ਤੇ ਮਜ਼ਦੂਰ ਦੀ ਖੁਦਕਸ਼ੀ ਦਾ ਸਵਾਲ, ਉਹ ਵੀ ਕਿਤੇ ਹੁਣ ਚਰਚਾ ਚ ਨਹੀਂ, ਕਿਤੇ ਸੁਰਖੀ ਵੀ ਨਹੀਂ ਬਣਦਾ ਤੇ ਨਸ਼ਾ ਵੀ ਨਹੀਂ ਬਣਦਾ। ਹਾਲਾਂਕਿ ਨਸ਼ੇ ਦਾ ਪਤਾ ਸਾਨੂੰ ਕਿਵੇਂ ਲੱਗਦਾ ਰਹਿੰਦਾ, ਮਾੜਾ ਮੋਟਾ ਉਵੇਂ ਲੱਗਦਾ ਰਹਿੰਦਾ, ਕਿਉਂਕਿ ਇੱਕ ਇੱਥੇ ਹਰ ਹਫ਼ਤੇ ਚੀਫ ਮਿਨਿਸਟਰ ਦਫ਼ਤਰ ਦੇ ਜਿਹੜੇ
ਨਾਲ ਲਿੰਕ ਕਰਕੇ ਇੱਕ ਅਫਸਰ ਬਿਠਾਏ ਹੋਏ ਨੇ, ਪੁਲਿਸ ਅਫਸਰ, ਉਹ ਇੱਕ ਹਰ ਹਫਤੇ ਪ੍ਰੈਸ ਕਾਨਫਰੰਸ ਕਰਦੇ ਨੇ। ਉਹ ਕੁਝ ਗੈਂਗਸਟਰ ਕੋਈ ਫੜਿਆ ਕਿ ਨਹੀਂ ਫੜਿਆ, ਨਸ਼ਾ ਫੜਿਆ ਕਿ ਨਹੀਂ ਫੜਿਆ, ਪੁਲਿਸ ਦੀ ਉਹ ਕਾਰਗੁਜ਼ਾਰੀ ਜੀ ਦੇ ਦਿੰਦੇ ਨੇ ਜੀ। ਔਰ ਰੌਲਾ ਇਹ ਹੈ ਵੀ ਜੋ ਉਹ ਕੱਲੇ ਫੜੇ ਉਹਨੇ ਕਿੰਨੇ ਲੋਕ ਰੀਹੈਬਿਲਿਟੇਟ ਕਰਤੇ, ਕਿੰਨੇ ਨਸ਼ੇ ਛਡਾਏ ਗਏ, ਉਹਨਾਂ ਕੇਂਦਰਾਂ ਦੀ ਕਾਰਗੁਜ਼ਾਰੀ ਕੀ ਹੈ, ਕੋਈ ਵੱਡਾ ਪਲੇਅਰ ਫੜਿਆ ਗਿਆ ਜਾਂ ਨਹੀਂ ਫੜਿਆ ਗਿਆ, ਜਿਹੜੇ ਫੜੇ ਗਏ ਸੀ ਉਹਨਾਂ ਦਾ ਹੁਣ ਕਿੱਥੇ, ਉਹਨਾਂ ਦੀ ਪ੍ਰਾਪਰਟੀ ਅਟੈਚ ਕਿੰਨਿਆਂ ਦੀ ਹੋਈ ਹੈ, ਉਹ ਸਜ਼ਾ ਕਿੰਨੇ ਕੁ ਭੁਗਤ ਰਹੇ ਨੇ, ਕਿਸੇ ਨੂੰ ਅੱਜ ਤੱਕ ਸਜ਼ਾ ਹੋਈ ਹੈ ਜਾਂ ਨਹੀਂ ਹੋਈ ਹੈ, ਟ੍ਰਾਇਲ ਚੋਂ ਛੁੱਟ ਜਾਂਦੇ ਨੇ। ਇਹ ਸਾਰੇ ਸਵਾਲ ਅਣਸੁਲਝੇ ਪਏ ਨੇ ਅਜੇ ਉਸ ਮਾਮਲੇ 'ਚ। ਔਰ ਨਸ਼ਾ ਤਾਂ ਹੁਣ ਇੱਥੋਂ ਜਾ ਕੇ ਸਾਡਾ ਕੈਨੇਡਾ ਤੱਕ ਤੇ ਬਾਕੀ ਜਗ੍ਹਾ ਵੀ ਪਿੱਛਾ ਨਹੀਂ ਛੱਡਦਾ। ਜਿਹੜੇ ਬੱਚਿਆਂ ਨੂੰ ਅਸੀਂ ਇੱਥੋਂ ਭੇਜ ਦਿੰਦੇ ਆ, ਉੱਥੋਂ ਵੀ ਆਪਾਂ ਦੇਖਦੇ ਆ ਕਿ ਕਈ ਵਾਰ ਇਹ ਚੀਜ਼ਾਂ ਆ ਰਹੀਆਂ ਨੇ। ਇਸ ਲਈ ਇਹ ਪੋਲੀਟੀਕਲ ਮੁੱਦਾ ਦੁਬਾਰਾ ਵੀ ਬਣੂਗਾ, ਅੱਜ ਨਹੀਂ, ਕਿਉਂਕਿ ਹੁਣ ਚੋਣਾਂ ਨਹੀਂ ਹੈ, ਇਸ ਕਰਕੇ ਚੁੱਪ ਕਰ ਗਿਆ। ਬੀਜੇਪੀ ਦੀ ਤਾਂ ਸਟੇਟ ਦੀ 2 ਦਿਨ ਦੀ ਕਾਰਜਕਾਰਨੀ ਦੇ ਵਿੱਚ ਡਰੱਗ ਤੇ ਯਾਤਰਾ ਕੱਢਣ ਦਾ ਇੱਕ ਫੈਸਲਾ ਕੀਤਾ ਹੋਇਆ। ਅੱਗੇ ਮਾਰਚ ਦੇ ਵਿੱਚ ਉਹਨਾਂ ਨੇ ਫੈਸਲਾ ਕੀਤਾ ਕਿ ਅਮਿਤ ਸ਼ਾਹ ਜੀ ਉਹਦਾ ਇਨੌਗੂਰੇਸ਼ਨ ਕਰਨਗੇ। ਔਰ ਅਮਿਤ ਸ਼ਾਹ ਪਹਿਲਾਂ ਵੀ ਨਸ਼ਿਆਂ ਦੇ ਮੁੱਦੇ ਤੇ ਇੱਕ ਵਾਰ ਤੁਹਾਨੂੰ ਪਤਾ ਹੋਣਾ ਕਿ ਟਕਰਾਅ ਹੋਣ ਲੱਗਿਆ ਸੀ ਅਕਾਲੀ ਦਲ ਤੇ ਬੀਜੇਪੀ। ਬਾਰਡਰ ਦੇ ਜ਼ਿਲ੍ਹਿਆਂ ਦੇ ਵਿੱਚ ਅਕਾਲੀ ਦਲ ਨੇ ਧਰਨੇ ਰੱਖਤੇ ਸੀ ਕਿ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਹੈ, ਬਾਰਡਰਾਂ ਤੋਂ ਨਸ਼ਾ ਆਉਂਦਾ। ਉਧਰ ਅਮਿਤ ਸ਼ਾਹ ਨੇ ਰੈਲੀ ਰੱਖਤੀ ਸੀ ਇੱਥੇ, ਉਹਦਾ ਦਿੱਲੀ ਦੀ ਚੋਣ ਆ ਗਈ ਸੀ, ਉਹ ਦਿੱਲੀ ਦੀ ਅਟਾਰੀ ਰੈਲੀ ਰੱਖਦੀ ਪਰ ਉਹ ਨਹੀਂ ਹੋ ਪਾਈ ਸੀ। ਔਰ ਫਿਰ ਦਿੱਲੀ ਦੀ ਚੋਣ ਆ ਗਈ ਸੀ, ਫੇਰ ਪੈਚਅਪ ਹੋ ਗਿਆ। ਮਤਲਬ ਸਾਡਾ ਮਾਮਲਾ ਨਸ਼ੇ ਦਾ ਜਾਂ ਕਿਸੇ ਹੋਰ ਗੰਭੀਰ ਮਾਮਲੇ ਦਾ ਹੱਲ ਕਰਨ ਦਾ ਨਹੀਂ ਹੈ, ਸਾਡਾ ਮਾਮਲਾ ਵੋਟ ਦੇਖਣ ਦਾ ਕਿ ਉਹ ਕਿਵੇਂ ਪਵਾਉਂਦਾ ਹੈ। ਜੇ ਸਾਨੂੰ ਉਹਦੇ ਚੁੱਪ ਰਹਿਣ 'ਚ ਵੋਟ ਮਿਲਦੀ ਹੈ ਤਾਂ ਅਸੀਂ ਚੁੱਪ ਹਾਂ, ਜੇ ਸਾਨੂੰ ਰੌਲਾ ਪਾ ਕੇ ਵੋਟ ਮਿਲਦੀ ਹੈ ਤਾਂ ਅਸੀਂ ਰੌਲਾ ਪਾ ਦਿੰਦੇ ਆ। ਇਦੋਂ ਜ਼ਿਆਦਾ ਪਾਲਿਸੀ ਲੈਵਲ ਤੇ ਅਜੇ ਸਾਡੀ ਸਿਆਸੀ ਗੰਭੀਰਤਾ ਦਿਖਾਈ ਦੇ ਨਹੀਂ ਰਹੀ। ਦੇਖੋ ਗੱਲ ਇਹ ਹੈ ਕਿ ਆਮ ਤੌਰ ਤੇ ਇਲੈਕਸ਼ਨ ਜਿਹੜੇ ਤੁਸੀਂ ਗੱਲ ਕਰ ਰਹੇ ਹੋ, ਇਸ਼ਤਿਹਾਰਾਂ ਦਾ ਰੌਲਾ ਬਹੁਤ ਪੈਂਦਾ ਵੀ ਦੇਖੋ ਪੰਜਾਬ ਸਰਕਾਰ ਸਾਊਥ ਵੱਲ ਦਿੰਦੀ ਇਸ਼ਤਿਹਾਰ। ਉਹ ਪੰਜਾਬੀ ਦੀ ਇੱਕ ਫਿਲਮ ਦਾ ਡਾਇਲੌਗ ਆ ਨਾ ਕਿ ਫੇਰ ਕਹਿੰਦੇ ਬੂਟਾ ਗਾਲਾਂ ਕੱਢਦਾ। ਹੁਣ ਜੇ ਯੂਪੀ ਵਾਲੇ ਇੱਧਰ ਦੇਣਗੇ ਤੇ ਇਹ ਨਾ ਦੇਣਗੇ, ਕਹਿਣਗੇ ਤੁਸੀਂ ਜੀ ਪੱਖਪਾਤ ਕਰਦੇ ਹੋ, ਖਾਸ ਤੌਰ ਤੇ ਚੈਨਲਾਂ ਵਾਲੇ, ਅਖਬਾਰਾਂ ਵਾਲੇ ਜੀਣ ਨਹੀਂ ਦਿੰਦੇ। ਇਸ਼ਤਿਹਾਰ ਵੀ ਲਈ ਜਾਂਦੇ ਆ ਤੇ ਤਵਾ ਵੀ ਲਾਈ ਜਾਂਦੇ ਆ। ਸਰਦਾਰ ਹਰਮੀਤ ਸਿੰਘ ਜੀ ਕੱਲ ਯੂਪੀ ਦੇ ਮੁੱਖ ਮੰਤਰੀ ਸਾਹਿਬ ਦੀ ਐਨ ਫੋਟੋ ਯੋਗੀਆਂ ਵਾਲੀ, ਉਹਦੇ ਨਾਲ ਅੰਕੜੇ ਦਿੱਤੇ ਸੀ ਕਿ ਪਿਛਲੇ ਦਿਨਾਂ 'ਚ ਅਸੀਂ ਕਿੱਥੇ ਕਿੱਥੇ ਗਏ। ਉਹ ਸੀਗਾ ਡੋਮੈਸਟਿਕ ਰੋਡ ਸ਼ੋ ਤੇ MOU ਕਿੰਨੇ ਸਾਈਨ ਕੀਤੇ। ਬਈ ਕਿੰਨੀ ਇਨਵੈਸਟਮੈਂਟ ਯੂਪੀ ਵਾਲੇ ਲੈ, ਬੜੀ ਵੱਡੀ ਕਵਾਇਦ ਕਰ ਰਹੇ ਆ। ਅਸੀਂ ਤੇ ਆਪਣੇ ਮੁੱਖ ਮੰਤਰੀ ਸਾਹਿਬ ਨੂੰ ਕਹੀ ਜਾਂਦੇ ਵੀ ਉਹ ਚਲੇ ਗਏ ਹੈਦਰਾਬਾਦ ਜਾਂ ਬੰਬੇ, ਇਹ ਤਾਂ ਬਹੁਤ ਹੀ ਆ। ਦੇਖੋ ਉਹ ਕਹਿੰਦੇ ਮੁੰਬਈ 'ਚ ਅਸੀਂ ਕੀਤੀ 5 ਲੱਖ ਕਰੋੜ, 5 ਜਨਵਰੀ ਨੂੰ ਅਸੀਂ ਕੀਤੀ ਸੀ 5 ਲੱਖ ਕਰੋੜ ਦਾ ਨਿਵੇਸ਼ ਲੈਣ ਦਾ, ਤੇ ਚੇਨਈ ਦੇ ਵਿੱਚ 9,000 ਕਰੋੜ ਦਾ, ਦਿੱਲੀ ਦੇ ਵਿੱਚ 13 ਜਨਵਰੀ ਨੂੰ 2.75 ਲੱਖ ਕਰੋੜ। ਵਾਹ 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 ਵਾਹ। ਕੋਲਕਾਤਾ 7,000 ਕਰੋੜ, ਹੈਦਰਾਬਾਦ 25,000 ਕਰੋੜ, ਅਹਿਮਦਾਬਾਦ 41,000 ਕਰੋੜ 20 ਜਨਵਰੀ ਨੂੰ, ਤੇ ਬੈਂਗਲੁਰੂ ਦੇ ਵਿੱਚ 25,000 ਕਰੋੜ 23 ਜਨਵਰੀ ਨੂੰ। ਹੁਣ ਇੱਥੇ ਵੀ ਇਹ ਕੰਪੀਟੀਸ਼ਨ ਦੀ ਗੱਲ ਆ। ਜੇ ਹੁਣ ਪੰਜਾਬ ਘੱਟ ਪੈਸੇ ਦੇ ਕੇ ਤੋਰੇ, ਪੰਜਾਬੀਆਂ ਦਾ ਸੁਭਾਅ ਕੰਪੀਟੀਸ਼ਨ 'ਚ ਫਸ ਜਾਣਾ, ਭਾਵੇਂ ਪੁੱਠਾ ਹੀ ਹੋਵੇ। ਇਹਨਾਂ ਨੂੰ ਚਾਹੀਦਾ 5-7 ਲੱਖ ਕਰੋੜ ਇਕੱਠਾ ਹੋ ਕੇ ਅੰਕੜਾ ਜ਼ਰੂਰ ਦੇ ਦੇਣ। ਮੈਂ ਸਰਦਾਰ ਹਰਮੀਤ ਸਿੰਘ ਜੀ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਅੱਜ ਜਦੋਂ ਸਰਕਾਰ ਜੀ ਅੰਮ੍ਰਿਤਸਰ ਦੇ ਵਿੱਚ ਕਲੀਨਿਕ ਦਾ ਉਦਘਾਟਨ ਕਰ ਰਹੇ ਆ, ਉਹ ਪਿੱਛੇ ਕਿਤੇ ਚੰਡੀਗੜ੍ਹ ਦੇ ਰੋਡ ਸ਼ੋਅ 'ਚ ਹੁੰਜਾ ਹੀ ਨਾ ਫੇਰਜਣ, ਸਾਡੇ ਸਾਰੇ ਹੀ ਉਹਨਾਂ ਦੀ ਗੱਡੀ 'ਚ ਚੜੇ ਹੋਣ, ਜਿੰਨੇ ਵੀ ਆਪਣੇ ਫੈਕਟਰੀਆਂ ਦੇ ਮਾਲਕ ਨੇ, ਇੰਡਸਟਰੀ ਵਾਲੇ ਨੇ। ਇੱਕ ਟਿੱਪਣੀ ਛੋਟੀ ਜੀ ਤਾਂ ਦੋਵੇਂ ਜਾਣੇ ਕੀ ਕਹਿੰਦੇ? ਵੈਸੇ ਤਾਂ ਮੈਨੂੰ ਨਹੀਂ ਲੱਗਦਾ ਕਿ ਐਵੇਂ ਜਾ ਕੇ ਕੋਈ ਪੈਸੇ ਮਗਰ ਆਉਂਦੇ ਨੇ। ਸਾਡੇ ਵੀ ਕੈਪਟਨ ਅਮਰਿੰਦਰ ਸਿੰਘ ਵੇਲੇ ਦੇ ਵੀ, ਬਾਦਲਾਂ ਵੇਲੇ ਦੇ ਵੀ 1.5 2 ਲੱਖ ਕਰੋੜ ਦੇ MOU ਨੇ। MOU ਤੋਂ ਅੱਗੇ ਕਿਤੇ ਨਹੀਂ ਗੱਡੀ ਚੱਲੀ, ਕਿਤੇ ਕੋਈ ਦਿਖਾਈ ਨਹੀਂ ਦਿੰਦਾ ਗਰਾਊਂਡ ਤੇ ਕੋਈ ਚੀਜ਼ਾਂ। ਔਰ ਜੇ ਇਨਵੈਸਟਮੈਂਟਾਂ ਇਸ ਤਰੀਕੇ ਨਾਲ ਹੁੰਦੀਆਂ ਹੋਣ ਤੇ ਫਿਰ ਤਾਂ ਸ਼ਾਇਦ ਜਿਹੜੇ ਸਭ ਤੋਂ ਜ਼ਿਆਦਾ ਘੁੰਮਣ ਵਾਲੇ ਮੁੱਖ ਮੰਤਰੀ ਨੇ, ਜਦ ਸਭ ਤੋਂ ਜ਼ਿਆਦਾ ਘੁੰਮਣ ਵਾਲੇ ਮੁੱਖ ਮੰਤਰੀ ਸਾਡੇ ਪ੍ਰਧਾਨ ਮੰਤਰੀ ਨੇ, ਜਿਹੜੇ ਦੇਸ਼ ਪਹਿਲੇ ਟਨਿਓਰ ਦੇ ਦੌਰਾਨ ਐ ਲੱਗਦਾ ਸੀ ਜਦੋਂ ਪ੍ਰਧਾਨ ਮੰਤਰੀ ਅੱਜ ਭਾਰਤ 'ਚ ਨੇ ਤੇ ਚੁਟਕਲਾ ਬਣ ਜਾਂਦਾ ਸੀ। ਕਿੰਨੀ ਕਿ ਇਨਵੈਸਟਮੈਂਟ ਆਈ ਹੈ ਜੀ, ਕਿੱਥੋਂ ਆਈ ਹੈ ਇਨਵੈਸਟਮੈਂਟਾਂ, ਕਿਵੇਂ ਆਉਣਗੀਆਂ? ਯੂਪੀ ਦਾ ਵੀ ਜਿਹੜਾ ਹਾਲਾਤ ਨੇ, ਮੈਨੂੰ ਨਹੀਂ ਸਮਝ ਆਈ ਕਿ ਕਿਸ ਢੰਗ ਨਾਲ ਇੱਕ ਮੈਨੂਪੂਲੇਸ਼ਨ ਹੁੰਦੀ ਹੈ। ਜਦੋਂ ਕਰੋਨਾ ਸੀ, ਗੰਗਾ ਤੱਕ ਤੈਰਦੀਆਂ ਲਾਸ਼ਾਂ ਲੋਕਾਂ ਨੇ ਦੇਖੀਆਂ, ਹਸਪਤਾਲਾਂ 'ਚ ਬੇਇਲਾਜ ਮਰਦੇ ਬੰਦੇ ਦੇਖੇ ਨੇ, ਜਾਲੀ ਸ਼ਰਾਬ ਪੀ ਕੇ ਬੰਦੇ ਮਰਦੇ ਦੇਖੇ ਨੇ, ਔਰ ਸਾਰੀਆਂ ਚੀਜ਼ਾਂ ਜਿਹੜੇ ਹਾਲਾਤ ਨੇ ਉਸ ਲੈਵਲ ਤੇ ਦਿਖਾਈ ਦਿੱਤੇ ਨੇ ਯੂਪੀ ਦੇ ਵਿੱਚ ਵੀ। ਔਰ ਯੂਪੀ ਦੀ ਪਰਚੇਜਿੰਗ ਪਾਵਰ ਕਿੰਨੀ ਹੈ, ਯੂਪੀ ਦੇ ਬਾਕੀ ਲੋਕਾਂ ਦਾ ਸਾਰੇ ਸਵਾਲ ਕਿੰਨੇ ਨੇ, ਔਰ ਉੱਥੇ ਦਿਹਾੜੀ ਕਿੰਨੀ ਹੈ, ਉਹ ਸਾਰੇ ਪਹਿਲੂ ਉਸ ਮਾਮਲੇ ਦੇ ਵਿੱਚ ਵਰਕ ਕਰਦੇ ਹੁੰਦੇ ਨੇ ਜਦੋਂ ਇਨਵੈਸਟਮੈਂਟ ਹੋਣੀ ਹੈ। ਮੈਨੂੰ ਇਹ ਲੱਗਦਾ ਕਿ ਇੱਕ ਦੂਜੇ ਨੂੰ
ਥ੍ਰੈਟ ਕਰਨ ਲਈ ਇਹ ਠੀਕ ਆ ਗਿਆ ਇੱਕ ਫੰਡਾ ਕਾਰਪੋਰੇਟ ਦੇ ਕੋਲ, ਵੱਡੇ ਕਾਰਪੋਰੇਟ ਕੋਲ ਤਾਂ ਖਾਸ ਤੌਰ ਤੇ ਵੀ, ਨਹੀਂ ਤਾਂ ਮੈਂ ਇੱਥੋਂ ਚਲਾ ਜਾਣਾ, ਮੈਂ ਕਿਤੇ ਹੋਰ ਜਾਣਾ, ਮੈਂ ਕਿਤੇ ਇੱਧਰ ਆਉਣਾ, ਮੈਂ ਕਿਤੇ, ਇਹ ਸਟੇਟਾਂ ਦੀ ਵੀ ਐਕਸਪਲੋਇਟੇਸ਼ਨ ਹੋ ਰਹੀ ਹੈ ਕਿਸੇ ਨਾ ਕਿਸੇ ਰੂਪ ਚ। ਸਾਡੇ ਮੁੱਖ ਮੰਤਰੀ ਵੀ ਕਹਿੰਦੇ ਨੇ ਮੈਂ ਬੰਬੇ ਤੋਂ ਚੱਕ ਲਿਆਉਂਗਾ ਉੱਥੋਂ, ਉਹ ਬੰਬੇ ਬੈਠੇ ਨੇ, ਕਹਿੰਦੇ ਸ਼ੁਰੂ ਹੋ ਗਿਆ, ਪਹਿਲਾਂ ਜਰਮਨ ਗਏ ਸੀ, ਕਹਿੰਦੇ ਸ਼ੁਰੂ ਹੋ ਗਿਆ, ਔਰ BMW ਨੇ ਤਾਂ ਜਾ ਕੇ ਸ਼ਾਮ ਨੂੰ ਉਹ ਹੀ ਦਿੱਤਾ ਸੀਗਾ ਇੱਕ ਪ੍ਰੈਸ ਨੋਟ ਹੀ ਕਿ ਸਾਡਾ ਕੋਈ ਨਹੀਂ ਭਾਈ, ਅਸੀਂ ਨਹੀਂ ਆਏ ਹਜੇ, ਇਹਨੇ ਕੀ ਲੋੜ ਹੈ। ਮੈਨੂੰ ਇਹ ਲੱਗਦਾ ਹੁੰਦਾ ਕਿ ਆਪੋ ਆਪਣੀ ਸਟੇਟ ਵਾਲਿਆਂ ਨੂੰ ਤੁਸੀਂ ਪਹਿਲਾਂ ਠੀਕ ਕਰ ਲਓ। ਪੰਜਾਬ ਵਾਲੇ ਵੀ ਕੀ ਕਹਿ ਰਹੇ ਨੇ, ਉਹ ਭਾਈ ਦੂਰ ਜਾ ਰਹੇ ਹੋ, ਪਹਿਲਾਂ ਸਾਨੂੰ ਤਾਂ ਦੇਖ ਲਓ। ਆ ਜਿਹੜੀ ਮੀਡੀਅਮ ਪੱਧਰ ਦੀ ਜਿਹੜੀ ਸਮਾਲ ਸਕੇਲ ਸਾਡੀ ਇੰਡਸਟਰੀ ਉਜੜ ਰਹੀ ਹੈ, ਸਾਡੇ ਨਾਲ ਬੈਠ ਕੇ ਗੱਲ ਕਰ ਲਓ, ਇਹਨੂੰ ਬਚਾ ਲਓ। ਔਰ ਯੂਪੀ ਵਾਲੇ ਵੀ ਕਿਤੇ ਹੋਰ ਜਾ ਰਹੇ ਹੋਣਗੇ, ਔਰ ਉਹ ਵੀ ਇਹੀ ਗੱਲ ਕਰ ਰਹੇ ਨੇ। ਯੂਪੀ ਦਾ ਤੁਸੀਂ ਡਾਟਾ ਦੇਖੋ ਚੱਕ ਕੇ, ਪਰ ਕੈਪੀਟਾ ਇਨਕਮ ਦੇਖ ਲਓ, ਗਰੋਥ ਦਾ ਸਾਰਾ ਸੈਟਅਪ ਦੇਖ ਲਓ, ਦਿਖਾਈ ਤਾਂ ਦਿੰਦਾ ਨਹੀਂ ਕਿਤੇ ਕਿ ਇਸ ਪੱਧਰ ਦੇ। ਔਰ ਯੂਪੀ ਜਿੱਤੀ ਹੈ ਜੋਗੀ ਨੇ, ਉਹ ਬਾਈਨਰੀ ਕਰਕੇ ਦਿੱਤੀ ਹੈ, ਮੈਜੋਰਿਟੇਰੀਅਨ ਕਰਕੇ। ਇਹ ਨਹੀਂ ਹੈ ਕਿ ਉੱਥੇ ਡਿਵੈਲਪਮੈਂਟ ਬਹੁਤ ਹੋ ਗਈ ਹੈ ਜਾਂ ਬਾਕੀ ਦੀਆਂ ਚੀਜ਼ਾਂ ਨੇ। ਠੀਕ ਹੈ, ਸਰਕਾਰਾਂ ਨੂੰ ਲੱਗਣਾ ਚਾਹੀਦਾ, ਅੱਜ ਦਾ ਦੌਰ ਹੈ, ਸਰਕਾਰਾਂ ਇਹ ਮਹਿਸੂਸ ਕਰਾ ਰਹੀਆਂ ਨੇ। ਯੂਪੀ ਦਾ ਚੀਫ ਮਿਨਿਸਟਰ ਇਹ ਕਰਾ ਰਿਹਾ, ਦੇਖੋ ਮੈਂ ਫਲਾਨੀ ਜਗ੍ਹਾ ਤੋਂ ਲੈ ਕੇ ਆ ਰਿਹਾ, ਔਰ ਸਾਡਾ ਚੀਫ ਮਿਨਿਸਟਰ ਇਹ ਕਰਾ ਰਿਹਾ। ਕੋਈ ਵੀ ਇਕੱਲਾ ਸਾਡਾ ਇਹ ਚੀਫ ਮਿਨਿਸਟਰ ਨਹੀਂ, ਪਹਿਲੇ ਵੀ ਐਵੇਂ ਹੀ ਕਰਦੇ ਸੀ, ਜਾ ਕੇ ਕਿ ਮੈਂ ਲੱਗਿਆ ਹੋਇਆ, ਆਊਗਾ ਪੈਸਾ, ਔਰ ਉਹ ਉੱਠਦਾ ਬੁੱਲ ਕਿਵੇਂ ਡਿੱਗੂਗਾ, ਕਿੱਥੇ ਡਿੱਗੂਗਾ, ਸਮਝ ਨਹੀਂ ਆ ਰਹੀ ਉਹ ਕਿੱਥੋਂ ਆਉਣਾ ਹੈ। ਅਸਲ ਚ ਡਿਵੈਲਪਮੈਂਟ ਦੇ ਲਈ ਕਿ ਮਾਹੌਲ ਤਿਆਰ ਕਰਨਾ ਪੈਂਦਾ। ਤੁਹਾਡਾ ਇਨਫਰਾਸਟ੍ਰਕਚਰ ਕੀ ਹੈ, ਤੁਹਾਡੇ ਕੋਲ ਪਾਵਰ ਦਾ ਕੀ ਸਿਸਟਮ ਹੈ, ਤੁਹਾਡੇ ਕੋਲ ਕਿੰਨੀ ਕੈਪੇਬਲ ਲੇਬਰ ਦਾ ਪ੍ਰਬੰਧ ਹੈ, ਔਰ ਕਿੰਨਾ ਕੁ ਤੁਹਾਡੇ ਕੋਲ ਇਸ ਲੈਵਲ ਦੀ ਸਹੂਲਤ ਹੈ, ਤੁਸੀਂ ਕਿਤੇ ਵੇਚ ਸਕਦੇ ਹੋ, ਮੰਡੀ ਕਿਸ ਲੈਵਲ ਦੀ ਹੈ। ਉਹ ਚੀਜ਼ਾਂ ਦੀ ਬਜਾਏ ਤੁਸੀਂ ਹੋਰ ਗੱਲਾਂ ਤੇ ਚਰਚਾ ਕਰਨ ਲੱਗੇ। ਠੀਕ ਹੈ, ਯੂਪੀ ਵਾਲੇ ਚੰਡੀਗੜ੍ਹ ਚ ਗੇੜਾ ਮਾਰ ਗਏ, ਕਿਤੇ ਨਾਲ ਇਹ ਨਾ ਹੋ ਜਾਏ ਕਿ ਚੰਡੀਗੜ੍ਹ ਵਰਗਾ ਸ਼ਹਿਰ ਵੀ ਵਸਾਓ ਕੋਈ ਘੱਟੋ ਘੱਟ, ਤੇ ਕੁਝ ਹੋਰ ਤਾਂ ਕਰੋਗੇ, ਸ਼ਾਇਦ ਉੱਥੇ ਇਨਵਾਇਰਨਮੈਂਟ ਹੋਰ ਇਸ ਲੈਵਲ ਦੀ ਆ ਜੇ। ਜੋਗੀ ਸਾਹਿਬ ਤੇ ਇਹ ਵੀ ਤਾਂ ਕੈਲੀਗੇਸ਼ਨ ਉਸ ਲੈਵਲ ਦਾ ਲੱਗੂਗਾ। ਹਾਂ, ਜਿਹੜਾ ਆਪਣਾ ਪੈਸਾ ਬਾਹਰ ਲਿਜਾ ਕੇ ਇਹ ਦੱਸਣਾ, ਮੈਨੂੰ ਲੱਗਦਾ ਕਿ ਅਖਬਾਰ ਦੇ ਇਸ਼ਤਿਹਾਰ ਦੇ ਰਾਹੀਂ ਜੀ ਕਿਸੇ ਇੰਡਸਟਰੀਅਲਿਸਟ ਨੂੰ ਇਹ ਦੱਸਣਾ ਕਿ ਜੀ ਮੇਰਾ ਵਧੀਆ ਤੂੰ ਮੇਰੇ ਆ ਜਾ, ਮੈਨੂੰ ਲੱਗਦਾ ਉਹਨੂੰ ਬੇਵਕੂਫ ਸਮਝਣ ਦਾ ਸਵਾਲ ਹੈ। ਇੰਡਸਟਰੀਅਲਿਸਟ ਬੜੇ ਸ਼ਾਰਪ ਨੇ, ਬੜਾ ਸਾਰਾ ਕੁਝ ਹੈ, ਉਹਨੂੰ ਸਾਰੇ ਕਿਤੇ ਵੈਸੇ ਹੀ ਪਤਾ ਹੈ। ਇਹ ਕੇਵਲ ਪਬਲਿਕ ਕੰਜ਼ੰਪਸ਼ਨ ਦਾ ਧੰਦਾ ਹੈ ਇਸ ਐਡਵਰਟਾਈਜ਼ਮੈਂਟ ਦਾ, ਜਿਹੜਾ ਕਿ ਲੋਕਾਂ ਨੂੰ ਲੱਗੇ ਮੈਂ ਬਹੁਤ ਮਿਹਨਤ ਕਰ ਰਿਹਾ, ਬਾਕੀ ਕੋਈ ਇਦੋਂ ਵੱਡੀ ਗੱਲ ਨਹੀਂ। ਭਾਸਕਰ ਸਾਹਿਬ, ਇਹ ਮੱਕੜ ਜਾਲ ਤੇ ਇਹ ਗੋਰਖ ਧੰਦਾ, ਇਹ ਵੈਸੇ ਪਿਛਲੇ ਦਿਨਾਂ 'ਚ ਮੈਨੂੰ ਕਿਸੇ ਨੇ ਸਪੈਸ਼ਲ ਮੈਸੇਜ ਭੇਜ ਕੇ, ਮੈਂ ਨਾਮ ਭੁੱਲ ਗਿਆ, ਵੀ ਕਿਹਾ ਸੀ ਵੀ ਗੋਰਖ ਧੰਦਾ ਨਾ ਕਿਆ ਕਰੋ। ਗੋਰਖ ਸ਼ਬਦ ਇੱਕ ਗੁਰੂ ਨਾਲ ਵੀ ਜੁੜਿਆ, ਸੋ ਮੈਂ ਉਹਨੂੰ ਵਾਪਸ ਵੀ ਲੈ ਲੈਣਾ ਹੈ ਕਿਉਂਕਿ ਸਾਨੂੰ ਅੰਦਾਜ਼ਾ ਵੀ ਨਹੀਂ ਹੁੰਦਾ। ਭਾਸਕਰ ਸਾਹਿਬ, ਸਵਾਲ ਇਹ ਹੈ ਕਿ ਜਿੰਨਾ ਨਿਵੇਸ਼ ਕਰਨਾ, ਕਿਸੇ ਵੇਲੇ ਉਹ ਵੀ ਪੰਗੇ 'ਚ ਆ ਜਾਂਦੇ ਆ। ਨਿਵੇਸ਼ ਕਰਨ ਵਾਲਿਆਂ ਦੇ ਵਿੱਚ ਅੰਬਾਨੀ ਅਡਾਨੀ ਤਾਂ ਮੰਨੇ ਹੀ ਜਾਂਦੇ ਸੀ ਵੀ ਹਰ ਮੁੱਖ ਮੰਤਰੀ ਤੇ ਹਰ ਪੋਲੀਟੀਸ਼ੀਅਨ ਦੀ ਇੱਛਾ ਹੁੰਦੀ ਹੈ ਕਿ ਉਹ ਇਹਨਾਂ ਦੋ ਬੰਦਿਆਂ ਨਾਲ ਬੈਠੇ। ਵਿਸ਼ਵ ਪੱਧਰੀਆਂ ਹਸਤੀਆਂ ਨੇ ਨਾ, ਨੰਬਰਿੰਗ 'ਚ ਆਉਂਦੇ ਆ, ਗ੍ਰੇਡਿੰਗ 'ਚ ਆਉਂਦੇ ਆ, ਕੈਲਕੂਲੇਸ਼ਨ 'ਚ ਆਉਂਦੇ ਆ, ਤੇ ਉਹ ਜਿਹੜੀ ਗੇਮ ਹੈ ਨੰਬਰ 1 ਤੇ ਕੌਣ, 2 ਤੇ ਕੌਣ, 3 ਤੇ ਕੌਣ, ਤੇ ਪਹਿਲੇ 10 'ਚ ਕੌਣ। ਹੁਣ ਜਦੋਂ ਅਡਾਨੀ ਨੂੰ ਇੱਕ ਹਿਡਨਬਰਗ ਰਿਸਰਚ ਦੇ ਵਿੱਚ ਇੱਕ ਸਧਾਰਨ ਜੇ ਪੱਤਰਕਾਰ ਨੇ ਸਵਾਲਾਂ ਦੇ ਘੇਰੇ 'ਚ ਖੜਾ ਕਰਤਾ, 80 ਸਵਾਲ ਕਰਕੇ, ਤੇ ਸਟਾਕ ਐਕਸਚੇਂਜ 'ਚ ਧੜਮ ਕਰਕੇ ਅਡਾਨੀ ਗਰੁੱਪ ਦੇ ਸ਼ੇਅਰ ਡਿੱਗਦੇ ਆ, ਤੇ ਫਿਰ ਸਵਾਲ ਉੱਠਦਾ ਹੈ ਕਿ ਤਾਕਤ ਕਿੱਥੇ ਹੈ। ਇੱਕ ਕਲਮ 'ਚ ਵੀ ਹੈ ਤਾਕਤ, ਕਿੱਥੇ ਆ ਦਲੇਰੀ ਨਾਲ ਰਿਪੋਰਟ ਕਰਨ 'ਚ ਵੀ ਹੈ ਤਾਕਤ, ਕਿੱਥੇ ਆ ਰੇਤ ਦੇ ਮਹਿਲ ਢਹਿ ਵੀ ਜਾਂਦੇ ਆ। ਤੇ ਇਹੀ ਸਵਾਲ ਅੱਜ ਦੇ ਦਿਨ ਦੇ ਵਿੱਚ ਖੜਾ ਹੈ। ਮੈਂ ਜ਼ਰੂਰ ਇਹਦੇ ਨਾਲ ਤੁਹਾਡੇ ਤੋਂ ਜੋੜਨਾ ਚਾਹੂੰਗਾ। ਤੇ ਫਿਰ ਇਸ ਆਖਰੀ ਗੱਲ ਜਿਹੜੀ ਆ, ਅਸੀਂ ਉਹ ਜ਼ਰੂਰ ਮਾਲ ਬਰੋਜ਼ ਵਾਲੀ ਕਰਾਂਗੇ। ਜਿਹੜੀ ਜੀਰੇ ਵਾਲੀ ਫੈਕਟਰੀ ਦੇ ਮਾਲਕ ਕੋਰਟ ਜਾਂਦੇ, ਕਹਿੰਦੇ ਸਾਡੇ ਰਸਤੇ ਖਲਵਾ ਦਿਓ, ਸਾਡਾ ਕੱਚਾ ਮਾਲ ਅੰਦਰ ਜਾਣਾ ਸ਼ੁਰੂ। ਮੁੱਖ ਮੰਤਰੀ ਸਾਹਿਬ ਕਹਿੰਦੇ ਅਸੀਂ ਤਾਂ ਬੰਦ ਕਰਤੀ, ਲੇਕਿਨ ਉਹਨਾਂ ਨੇ ਇਹ ਗੱਲ ਨੂੰ ਮੰਨਿਆ ਹੀ ਨਹੀਂ। ਉਹ ਕਹਿੰਦੇ ਸਾਡੇ ਆ ਕੰਮ ਸ਼ੁਰੂ ਕਰਾਓ। ਤੁਹਾਨੂੰ ਯਾਦ ਹੋਣਾ ਇਦਾਂ ਦੀ ਮੰਗ ਜਦੋਂ ਪਹਿਲਾਂ ਕੋਰਟ 'ਚ ਕੀਤੀ ਸੀ, ਸਰਕਾਰ ਨੇ 5 ਕਰੋੜ 15 ਕਰੋੜ ਝੱਟ ਜਮ੍ਹਾਂ ਕਰਾਤਾ ਸੀ। ਤੇ ਹੁਣ ਆਪਾਂ ਚੱਲੀਏ ਹਿਡਨਬਰਗ ਰਿਸਰਚ ਰਿਪੋਰਟ ਕੀ ਕਹਿੰਦੀ ਹੈ। ਪਹਿਲੇ ਤੇ ਜਿਹੜੇ ਯੋਗੀ ਆਦਿੱਤਿਆਨਾਥ ਅੱਜ ਰੋਡ ਸ਼ੋਅ ਕਰ ਰਹੇ ਨੇ ਚੰਡੀਗੜ੍ਹ ਦੇ ਵਿੱਚ, ਪਰ ਉਸ ਤੋਂ ਪਹਿਲੇ ਤੁਸੀਂ ਪੂਰੀ ਲਿਸਟ ਪੜ੍ਹੀ, ਔਰ ਇਹ ਲਿਸਟ ਸਿਰਫ ਜਨਵਰੀ ਦੇ ਮਹੀਨੇ ਦੀ ਹੈ। ਯਾਨੀ 5 ਜਨਵਰੀ ਨੂੰ ਇੰਨੇ, 9 ਜਨਵਰੀ ਨੂੰ ਇੰਨੇ, 13 ਨੂੰ ਇੰਨੇ, 17 ਨੂੰ ਇੰਨੇ, ਤੇ 18, 20, 23 ਤੇ ਹੁਣ 27। ਯਾਨੀ ਅੱਜ ਦੀ ਫਿਗਰ ਵੀ ਜਿਹੜੀ ਐਡ ਕਰਕੇ ਸ਼ਾਇਦ ਕੱਲ ਪਰਸੋਂ ਹੋਰ ਐਡਵਰਟਾਈਜ਼ਮੈਂਟ ਪੰਜਾਬ ਦੇ ਵਿੱਚ ਹੀ ਲੱਗੀ ਹੋਏ। ਗੱਲ ਤੇ ਉੱਥੇ ਖੜੀ ਹੈ, ਖਟਣ ਗਿਆ ਸੀ, ਖੱਟ ਕੇ ਕੀ ਲਿਆਂਦਾ। ਹੁਣ ਸਾਡੇ ਮੁੱਖ ਮੰਤਰੀ ਸਾਹਿਬ ਜਰਮਨੀ ਗਏ ਸੀਗੇ, ਉਹਦੇ ਵਿੱਚ ਉਹਨਾਂ ਨੇ ਇੱਕ ਟਵੀਟ ਕਰਤਾ ਵੀ ਆ ਗਿਆ BMW ਆ ਗਿਆ। 24 ਘੰਟੇ ਦੇ ਵਿੱਚ ਉਹ ਵਾਪਸ ਹੋ ਗਈ ਕੰਮ। ਫਿਰ ਉਸ ਤੋਂ ਬਾਅਦ ਉਹ ਚੇਨਈ ਤੇ ਹੈਦਰਾਬਾਦ ਜਾਂਦੇ ਨੇ, ਔਰ ਜਦ ਉਹ ਚੇਨਈ ਔਰ ਹੈਦਰਾਬਾਦ ਦੇ ਵਿੱਚ ਇੰਡਸਟਰੀਅਲਿਸਟ ਮਿਲ ਰਹੇ ਹੁੰਦੇ ਨੇ,
ਉਸੇ ਦਿਨ ਉਹ ਫੋਟੋ ਲੱਗਦੀ ਹੈ ਕਿ ਸਾਡੇ ਵਾਲੇ ਲੁਧਿਆਣੇ ਵਾਲੇ ਉਹ ਪਹੁੰਚੇ ਹੋਏ ਨੇ यूपी और योगी आदित्यनाथ ਉਹਨਾਂ ਨਾਲ ਮੀਟਿੰਗ ਕਰਕੇ ਫਿਗਰ ਵੀ ਆਈ ਸੀ 2 ਲੱਖ ਕਰੋੜ ਰੁਪਏ ਦੇ ਕਰ ਗਏ ਸਾਈਨ MOU ਤੇ ਹੁਣ ਉਸ ਤੋਂ ਬਾਅਦ ਮੁੰਬਈ ਦੇ ਵਿੱਚ ਉਹ ਜਿਹੜੇ ਸਟਾਕ ਐਕਸਚੇਂਜ ਤੋਂ ਬਾਹਰ ਸਿੰਘ ਫੜ ਕੇ ਜਿਹੜੀ ਫੋਟੋ ਖਿਚਾਈ ਸੀਗੀ ਬੁੱਲ ਦੇ ਨਾਲ ਆਪਣੇ ਭਗਵੰਤ ਮਾਨ ਉਹਨਾਂ ਨੇ ਉਸ ਤੋਂ ਬਾਅਦ ਖੱਟ ਕੇ ਕੀ ਲਿਆਂਦਾ ਇਹਦਾ ਜ਼ਿਕਰ ਹਜੇ ਤੱਕ ਨਹੀਂ ਦੱਸਿਆ ਪਰ ਹੁਣ ਯੋਗੀ ਉਹਨਾਂ ਆંકੜਿਆਂ ਦੇ ਹਿਸਾਬ ਨਾਲ ਉਹ ਕਹਿੰਦੇ ਨੇ ਵੀ ਮੈਂ ਜਿੱਥੇ ਜਾਣਾ ਉਹ ਤੋਂ ਖੱਟ ਕੇ ਹੀ ਲਿਆਣਾ ਕੁਝ ਉਹਦੇ ਵਿੱਚ ਕੋਈ ਇਹ ਨਹੀਂ ਹੁੰਦਾ ਵੀ 24 ਘੰਟੇ ਦੇ ਵਿੱਚ ਉਹ ਪਲਾਂਟ ਵਾਪਸ ਵੀ ਹੋ ਜਾਂਦਾ ਹੈ ਜਦ ਉਹ ਅੱਜ ਉੱਥੇ ਆਣਗੇ ਔਰ ਉਹਦੇ ਵਿੱਚ ਤੁਹਾਡੀ ਗੱਲ ਰੰਧਾਵਾ ਜੀ ਬਿਲਕੁਲ ਠੀਕ ਹੈ ਜੇ ਪੰਜਾਬ ਵਾਲੇ ਕਈ ਵੱਡੇ ਵੱਡੇ ਇੰਡਸਟਰੀਲਿਸਟ ਉਸ ਰੋਡ ਸ਼ੋਅ ਦੇ ਵਿੱਚ ਇੱਕ ਗੱਡੀ ਇੱਕ ਰੱਥ ਦੇ ਉੱਤੇ ਸਵਾਰ ਹੋ ਕੇ ਤੁਰਨਗੇ ਤੇ ਇੱਕ ਤੇ ਨੱਕ ਚੜਾਉਣ ਵਾਲੀ ਗੱਲ ਹੈ ਪਿਛਲੇ ਦਿਨਾਂ ਦੇ ਵਿੱਚ ਇੱਕ NRI ਸਮਿਟ ਹੋਇਆ ਸੀਗਾ ਨੈਸ਼ਨਲ ਪੱਧਰ ਦਾ ਇੰਦੌਰ ਦੇ ਵਿੱਚ ਮੱਧ ਪ੍ਰਦੇਸ਼ ਦੇ ਵਿੱਚ ਉਹਦੇ ਵਿੱਚ ਪੂਰੇ ਵਿਸ਼ਵ ਤੋਂ ਬਹੁਤ ਸਾਰੇ NRI ਆਏ ਸੀ ਪਰ ਜਦ ਤੁਸੀਂ ਤੁਹਾਡਾ ਮੈਨੇਜਮੈਂਟ ਖਰਾਬ ਹੋਏ ਨਾ ਤੇ ਜਿਹੜੇ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਨੇ ਜਾਣਾ ਸੀਗਾ ਉਹਦੇ ਵਿੱਚੋਂ ਅੱਧੇ ਗੈਸਟ ਨੂੰ ਤੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਵੀ ਜਗ੍ਹਾ ਹੀ ਨਹੀਂ ਅੰਦਰ ਔਰ ਉਸ ਮਿਸਮੈਨੇਜਮੈਂਟ ਤੋਂ ਬਾਅਦ ਇਸ ਤਰ੍ਹਾਂ ਦਾ ਇੱਕ ਇਨਵੈਸਟਮੈਂਟ ਸਮਿਟ ਸ਼ਿਵਰਾਜ ਚੌਹਾਨ ਉਹਨਾਂ ਨੇ ਭੋਪਾਲ ਦੇ ਵਿੱਚ ਰੱਖਿਆ ਹੋਇਆ ਸੀਗਾ ਪਰ ਉਸ ਸਮਿਟ ਦੇ ਵਿੱਚ ਗੱਲਾਂ ਤੇ ਮਿਸਮੈਨੇਜਮੈਂਟ ਦੀ ਹੋਈਆਂ ਜੇ ਸਾਡੇ ਪਾਸੇ ਵੀ ਗੱਲਾਂ ਮਿਸਮੈਨੇਜਮੈਂਟ ਦੀ ਹੋਣ ਲੱਗੀਆਂ ਤੇ 23 ਫਰਵਰੀ ਨੂੰ ਜਦ ਇਨਵੈਸਟਮੈਂਟ ਸਮਿਟ ਹੋਏਗਾ ਉਹਦੇ ਵਿੱਚ ਕਿੰਨੇ ਕੁ MOU ਸਾਈਨ ਹੋਏ ਸੁਖਬੀਰ ਸਿੰਘ ਬਾਦਲ ਉਹਨਾਂ ਵੀ MOU ਸਾਈਨ ਦਾ ਬੜਾ ਜ਼ਿਕਰ ਕਰਦੇ ਹੁੰਦੇ ਸੀ ਔਰ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਟਾਈਮ ਵਿੱਚ 99,000 ਕਰੋੜ ਦੀ ਇਨਵੈਸਟਮੈਂਟ ਆਈ ਇਹ ਗੱਲ ਵੀ ਉਜਾਗਰ ਹੋਈ ਸੀ ਪਰ ਹੁਣ ਸਾਡੇ ਵਾਲੇ ਕੀ ਕਰਦੇ ਨੇ ਉਹਦੇ ਉੱਤੇ ਸਾਡੀ ਨਜ਼ਰ ਜ਼ਰੂਰ ਰਹੇਗੀ ਪਰ ਨਾਲ ਦੇ ਨਾਲ ਤੁਸੀਂ ਅਡਾਨੀ ਸਾਹਿਬ ਦਾ ਜ਼ਿਕਰ ਕੀਤਾ ਹਿੰਡਨਬਰਗ ਮੈਂ ਇੱਕ ਏਜੰਸੀ ਹੈਗੀ ਹੈ ਕਿਉਂਕਿ ਅਡਾਨੀ ਉਹਨਾਂ ਦਾ ਨਾਂ ਅੱਜ ਕੱਲ ਭਾਵੇਂ ਮੀਡੀਆ ਹੋਏ ਜਾਂ NDTV ਦੀ ਵੀ ਗੱਲ ਕਰ ਲਈਏ ਉਹਨਾਂ ਦਾ तमाम ਦੁਨੀਆ ਦੇ ਵਿੱਚ ਸਭ ਤੋਂ ਅਮੀਰ ਆਦਮੀ ਦੇ ਰੂਪ ਵਿੱਚ ਤੀਜੇ ਨੰਬਰ ਤੇ ਕਦੀ ਦੂਜੇ ਨੰਬਰ ਤੇ ਕਦੀ ਇੱਕ ਨੰਬਰ ਤੇ ਉਹ ਨਾਮ ਜ਼ਰੂਰ ਚੱਲਦਾ ਹੈ ਹੁਣ ਹਿੰਡਨਬਰਗ ਨੇ ਇੱਕ ਰਿਪੋਰਟ ਰੱਖੀ ਔਰ ਰਿਪੋਰਟ ਦੇ ਵਿੱਚ ਕਿਸ ਤਰੀਕੇ ਨਾਲ ਮੈਨੀਪੂਲੇਸ਼ਨ ਕੀਤੀ ਗਈ ਸਟਾਕ ਮਾਰਕੀਟ ਦੇ ਵਿੱਚ ਕਿਸ ਤਰੀਕੇ ਨਾਲ ਇੱਕ ਮੈਨੀਪੂਲੇਟਿਵ ਤਰੀਕੇ ਨਾਲ ਜਿਸ ਕਮਾਈ ਵਧਾਈ ਗਈ ਅਡਾਨੀ ਗਰੁੱਪ ਦੀ ਉਹਦਾ ਜ਼ਿਕਰ ਕੀਤਾ ਹੈ ਅਡਾਨੀ ਗਰੁੱਪ ਨੇ ਵੀ ਹਿੰਡਨਬਰਗ ਨੂੰ ਇੱਕ ਚੈਲੰਜ ਕੀਤਾ ਹੈ ਕਿ ਅਸੀਂ ਲੀਗਲ ਪ੍ਰੋਸੀਡਿੰਗਸ ਦੇਖ ਰਹੇ ਹਾਂ ਤੁਹਾਡੇ ਖਿਲਾਫ ਕਿੱਦਾਂ ਅਸੀਂ ਲੀਗਲ ਕਾਰਵਾਈ ਕਰ ਸਕਦੇ ਹਾਂ ਔਰ ਇਸ ਤੋਂ ਡਰੇ ਨਹੀਂ ਹੋ ਉਹਨਾਂ ਨੇ ਕਿਹਾ ਵੀ ਤੁਸੀਂ ਕਰੋ ਲੇਕਿਨ ਇਹ ਜਿਹੜੀ ਲੀਗਲ ਕਾਰਵਾਈ ਹੈ ਸਾਡੇ ਖਿਲਾਫ US ਦੇ ਵਿੱਚ ਕਰੋ ਔਰ ਸਾਡੀ ਗੱਲਾਂ ਦਾ ਜਵਾਬ ਦਿਓ ਮੈਰਿਟ ਦੇ ਉੱਤੇ ਸਾਡੇ ਖਿਲਾਫ ਕੀਤਾ ਹੋਇਆ ਕੋਈ ਕੇਸ ਕਿਸੇ ਜਗ੍ਹਾ ਨਹੀਂ ਖੜਦਾ ਇਸ ਤੋਂ ਪਹਿਲੇ ਵੀ ਇੱਕ ਏਜੰਸੀ ਨੇ ਇਦਾਂ ਦੀ ਹਿਮਾਕਤ ਕੀਤੀ ਸੀਗੀ ਜਦ ਅਡਾਨੀ ਉਹਨਾਂ ਦੇ ਖਿਲਾਫ ਇੱਕ ਰਿਪੋਰਟ ਪਬਲਿਸ਼ ਕੀਤੀ ਸੀ ਪਰ ਕੁਝ ਦਿਨਾਂ ਦੇ ਵਿੱਚ ਹੀ ਉਹ ਇੱਕ ਤਰੀਕੇ ਨਾਲ ਸੈਟਿੰਗ ਕਹਿ ਲਓ ਮੈਨੀਪੂਲੇਸ਼ਨ ਕਹਿ ਲਓ ਉਹ ਹੋ ਗਈ ਸੀਗੀ ਤੇ ਬਾਅਦ ਚੋਂ ਉਸੇ ਕੰਪਨੀ ਨੇ ਅਡਾਨੀ ਸਾਹਿਬ ਦੇ ਪੱਖ 'ਚ ਰਿਪੋਰਟ ਇੱਕ ਛਾਪੀ ਸੀਗੀ ਚਲੋ ਹੁਣ ਇਹ ਗੱਲਾਂ ਤੁਰੀਆਂ ਔਰ ਉਹ ਵੀ ਅਡਾਨੀ ਵਰਗੇ ਵੱਡੇ ਆਦਮੀ ਦੇ ਨਾਲ ਪੰਗੇ ਲੈਣ ਵਾਲੀ ਗੱਲਾਂ ਤੁਰੀਆਂ ਉਹ ਵੀ ਅਮਰੀਕਾ ਦੇ ਵਿੱਚ ਬੈਠੀ ਇੱਕ ਏਜੰਸੀ ਨੇ ਲਿੱਤੀ ਹੈ ਤੇ ਇਹ ਕਿਸੇ ਨਾ ਕਿਸੇ ਜਾ ਕੇ ਟਿਕਣਗੀ ਜ਼ਰੂਰ ਜਾਂ ਨਹੀਂ ਵੀ ਟਿਕਣਗੀਆਂ ਤੇ ਅਡਾਨੀ ਉਹਨਾਂ ਨੂੰ ਕਿਉਂਕਿ NDTV ਖਰੀਦਣ ਤੋਂ ਬਾਅਦ ਸਾਡਾ ਮੀਡੀਆ ਵੀ ਅਡਾਨੀ ਉਹਨਾਂ ਨੂੰ ਕੁਝ ਦੂਜੀ ਨਿਗਾਹ ਨਾਲ ਦੇਖਣ ਲੱਗ ਗਿਆ ਹੁਣ ਮੀਡੀਆ ਇਸ ਗੱਲ ਨੂੰ ਕਿੰਨਾ ਕੁ ਚੱਕਦਾ ਹੈ ਇਹਦੇ ਉੱਤੇ ਵੀ ਕਾਫੀ ਡਿਪੈਂਡ ਕਰਦਾ ਹੈ ਕਿ ਅਡਾਨੀ ਉਹਨਾਂ ਨੂੰ ਕਿੰਨਾ ਕੁ ਨੁਕਸਾਨ ਕਿਉਂਕਿ 200 ਕੰਪਨੀਆਂ ਦੇ ਉਹਨਾਂ ਦੇ ਇਸ ਰਿਪੋਰਟ ਤੋਂ ਬਾਅਦ ਸ਼ੇਅਰ ਘਟ ਗਏ ਸੀਗੇ ਬਾਅਦ ਚੋਂ ਭਾਵੇਂ ਸੰਭਲ ਗਏ ਪਰ ਹਾਂ ਜੀ ਕੁਝ ਕਹਿ ਰਹੇ ਸੀ ਮੈਂ ਉਹੀ ਕਿਹਾ ਨਾ ਵੀ ਬਾਅਦ ਦੇ ਵਿੱਚ ਸੈਟਲਮੈਂਟ ਦੇ ਬਾਅਦ ਦੀ ਗੱਲ ਆ ਪਹਿਲਾ ਝਟਕਾ ਤੇ 10% ਦਾ ਉਹ ਕਿਸੇ ਦੇ 100 ਦੇ ਵਿੱਚੋਂ 10 ਰੁਪਏ ਗਵਾਚ ਜਾਣ ਤੇ ਬੰਦਾ ਝੱਲ ਲੈਂਦਾ ਹੈ ਪਰ ਜਦੋਂ ਕਾਫੀ ਵੱਡਾ ਨੁਕਸਾਨ ਹੋਵੇ ਤੇ ਫਿਰ ਇਹ ਨੁਕਸਾਨ ਕਾਫੀ ਅੱਗੇ ਚਲੇ ਜਾਂਦੇ ਤੁਸੀਂ ਕਹਿੰਦੇ ਸੰਭਲ ਕੇ ਇਹ ਸੰਭਲਣ ਵਾਲਾ ਸ਼ਬਦ ਸਟਾਕ ਐਕਸਚੇਂਜ ਹੁੰਦਾ ਹੀ ਰਹਿੰਦਾ ਹੈ ਆਖਰੀ ਗੱਲ ਤੇ ਚੱਲਦੇ ਆ ਸਰਦਾਰ ਹਮੀਰ ਸਿੰਘ ਜੀ ਸਿਰਫ ਸ਼ਾਰਟ ਦੇ ਵਿੱਚ ਮੈਂ ਚਾਹੁੰਦਾ ਕਿ ਆਪਾਂ ਇਹ ਗੱਲ ਵੀ ਦਰਸ਼ਕਾਂ ਨਾਲ ਸਾਂਝ ਪਵਾ ਦਈਏ ਕਿ ਮਾਲਬਰੋਜ਼ ਇਹ ਫੈਕਟਰੀ ਜੀਰੇ ਵਾਲੀ ਜਿਹੜੀ ਪਹਿਲਾਂ ਲੋਕਾਂ ਬੰਦ ਕਰਤੀ ਫਿਰ ਬੰਦ ਨੂੰ ਮੁੱਖ ਮੰਤਰੀ ਨੇ ਬੰਦ ਕਰਤਾ ਤੇ ਹੁਣ ਉਹ ਕਹਿੰਦੇ ਨੇ ਕਿ ਇਹਦੇ ਰਸਤੇ ਖਲਾਓ ਅਸੀਂ ਕੱਚਾ ਮਾਲ ਅੰਦਰ ਭੇਜਣਾ ਵਾ ਉਹ ਹਾਈ ਕੋਰਟ ਦੇ ਵਿੱਚ ਪਹਿਲਾਂ ਵਰਗੀ ਪਟੀਸ਼ਨ ਲੈ ਕੇ ਚਲੇ ਗਏ ਆ ਤੇ ਉੱਥੇ ਆਪਣੇ ਐਡਵੋਕੇਟ ਜਨਰਲ ਨੇ ਜਵਾਬ ਵੀ ਦਿੱਤਾ AG ਘਈ ਸਾਹਿਬ ਨੇ ਤੁਸੀਂ ਇਸ ਮਾਮਲੇ ਨੂੰ ਕਿਵੇਂ ਐਡਰੈਸ ਕਰੋਗੇ ਕਿਵੇਂ ਦੇਖ ਰਹੇ ਹੋ ਬਿਲਕੁਲ ਪਹਿਲਾਂ ਗੱਲਬਾਤ ਜਦੋਂ ਦੀ ਚੱਲਦੀ ਸੀ ਇੰਨੇ ਲੰਬੇ ਸਮੇਂ ਤੋਂ ਇੱਕ ਐਜੀਟੇਸ਼ਨ ਚੱਲ ਰਹੀ ਸੀ ਔਰ ਉਸ ਦਿਨ ਜਿਹੜੇ ਦਿਨ ਚੀਫ ਮਿਨਿਸਟਰ ਨੇ ਕਿਹਾ ਕਿ ਮੈਂ ਇਹ ਹੁਕਮ ਕਰਤਾ ਕਿ ਇਹ ਫੈਕਟਰੀ ਬੰਦ ਹੈ ਉੱਥੇ ਪੂਰੇ ਰਾਤ ਨੂੰ ਭੰਗੜੇ ਵੀ ਪਏ ਬਾਕੀ ਚੀਜ਼ਾਂ ਵੀ ਪਈਆਂ ਪਰ ਲੋਕ ਵੀ ਹੌਲੀ ਹੌਲੀ ਸੰਭਲ ਗਏ ਕਿ ਅਜੇ ਰੁਕੋ ਅਜੇ ਪਤਾ ਤਾਂ ਕਰੋ ਨਾ ਕਿਹੜਾ ਹੁਕਮ ਹੈ ਉਸ ਤੋਂ ਬਾਅਦ ਦੇਖਾਂਗੇ ਜੋ ਵੀ ਚੀਜ਼ਾਂ ਨੇ ਹੁਣ ਉਹ ਲੋਕ ਉਦੋਂ ਦਾ ਹੁਕਮ ਉਡੀਕ ਰਹੇ ਨੇ ਇਦੋਂ ਪਹਿਲਾਂ ਸਰਕਾਰ ਨੇ ਇਹ ਟਰਾਈ ਕੀਤੀ ਸੀ
ਕੁਝ ਮਤਲਬ ਬਾਈ ਫੋਰਸ ਵੀ ਉਹਨਾਂ ਨਾਲ ਥੋੜਾ ਜਿਹਾ ਸਮਝੌਤਾ ਕਰਕੇ ਵੀ ਅੰਦਰ ਕੁਝ ਮੁਲਾਜ਼ਮ ਵੀ ਭੇਜੇ ਸੀ, ਸਫਾਈ ਸਫੂਈ ਵੀ ਕਰਾਈ ਸੀ, ਔਰ ਇਹ ਸੀ ਵੀ ਸਾਡੇ ਇੱਕ ਪਾਸਾ ਚਲਾਓ ਜਦੋਂ ਹਾਈ ਕੋਰਟ ਦੇ ਵਿੱਚ ਰਿਟ ਚੱਲ ਰਹੀ ਸੀ। ਉਹਦੇ ਤੋਂ ਹੀ ਥੋੜੀ ਦੇਰ ਬਾਅਦ ਸਰਕਾਰ ਪਿੱਛੇ ਹਟ ਗਈ, ਚਲੋ ਜੀ ਬੰਦ ਕਰ ਰਹੇ ਆ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਅਜੇ ਤੱਕ ਇਹ ਕਲੀਅਰ ਨਹੀਂ ਹੋਇਆ ਕਿ ਬੰਦ ਕਿਹੜੇ ਕਾਨੂੰਨ ਦੇ ਦਾਇਰੇ 'ਚ ਰੱਖ ਕੇ ਬੰਦ ਦਾ ਆਰਡਰ ਕੀਤਾ ਗਿਆ ਚੀਫ ਮਿਨਿਸਟਰ ਦੇ ਵੱਲੋਂ, ਔਰ ਚੀਫ ਮਿਨਿਸਟਰ ਨੇ ਕੀ ਕੋਈ এনवायरमेंट ਐਕਟ ਨੂੰ ਉਹਦੇ 'ਚ ਗੱਲ ਕੀਤੀ ਹੈ, ਪਾਣੀ ਦੇ ਮਾਮਲੇ 'ਚ ਕੋਈ ਇੰਡਸਟਰੀ ਦੇ ਕੀ ਹੈ। ਲੋਕ ਇਹ ਦੇਖਣਾ ਚਾਹੁੰਦੇ ਨੇ ਉਹ ਆਰਡਰ ਕਿੱਥੇ ਆ, ਆਰਡਰ ਹੈ ਕੀ। ਉਹਦੇ ਤੋਂ ਪਹਿਲਾਂ ਹੀ ਹਾਈ ਕੋਰਟ ਕੰਪਨੀ ਫਿਰ ਚਲੀ ਜਾਂਦੀ ਹੈ। ਪਹਿਲਾਂ ਕੰਪਨੀ ਗਈ 20 ਕਰੋੜ ਰੁਪਇਆ ਬੜੇ ਬੀਬੇ ਉਹਨਾਂ ਮੰਗ ਮਤਲਬ ਚੱਕ ਕੇ ਸਰਕਾਰ ਨੇ ਜਮ੍ਹਾਂ ਕਰਾਤਾ, ਲਓ ਜੀ ਪੈਸੇ ਦੇ ਦਿਓ ਕੰਪਨੀ ਨੂੰ ਜੋ ਵੀ ਦੇਣੇ ਨੇ। ਤੇ ਹੁਣ ਤਾਂ ਉਹ ਕਹਿ ਹੀ ਰਹੇ ਨੇ ਕਿ ਜੇਕਰ ਸਾਡੇ ਜਿਹੜਾ ਕੱਚਾ ਮਾਲ ਹੈ ਉਹ ਫੈਕਟਰੀ 'ਚ ਭੇਜਣ ਦਾ ਪ੍ਰਬੰਧ ਕਰੋ ਤੇ ਸਾਡੀ ਫੈਕਟਰੀ ਸਾਡੇ ਮੁਲਾਜ਼ਮ ਚਲਵਾਉਣ ਦਾ ਪ੍ਰਬੰਧ ਕਰੋ, ਤੇ ਜੇ ਨਹੀਂ ਕਰਦੇ ਤਾਂ ਸਾਡਾ ਹਰਜਾਨਾ ਹੋਰ ਪਾ ਦੇਣਗੇ ਉਹ ਸਰਕਾਰ ਤੇ। ਕੀ ਸਰਕਾਰ ਚੁੱਪ ਕਰਕੇ ਹਰਜਾਨਾ ਦੇਊਗੀ ਜਾਂ ਇਹ ਮੰਨੂਗੀ, ਜਾਂ ਕੇਵਲ ਉਹ ਆਰਡਰ ਕੱਲਾ ਹੁਣ ਉੱਥੇ ਹੀ ਦਿਖਾਊਗੀ ਕੋਰਟ ਦੇ ਵਿੱਚ ਜਾ ਕੇ ਜਿਹੜਾ ਵੀ ਆਰਡਰ ਕੋਈ ਕੀਤਾ ਗਿਆ ਹੈ। ਔਰ ਲੋਕਾਂ ਨੂੰ ਸ਼ੰਕਾ ਇੱਕ ਇਹ ਹੈ ਕਿ ਕੀ ਉਹ ਆਰਡਰ ਜਿਹੜੀਆਂ ਉੱਥੋਂ ਭਰੀਆਂ ਗਈਆਂ ਰਿਪੋਰਟਾਂ ਸੀ ਉਹ ਆ ਕੇ ਉਹ ਦੇਖ ਕੇ ਅਜੇ ਤੱਕ ਤਾਂ ਰਿਪੋਰਟਾਂ ਆਈਆਂ ਨਹੀਂ ਕੋਈ, ਨਾ ਸਰਕਾਰ ਨੇ ਕਿਹਾ ਕਿ ਰਿਪੋਰਟ ਸਬਮਿਟ ਹੋ ਗਈ। ਜਿਹੜੀਆਂ 4 ਜਾਂ 5 ਕਮੇਟੀਆਂ ਬਣਾਈਆਂ ਸੀ ਵੱਖ-ਵੱਖ ਟਾਈਪ ਦੀਆਂ, ਤੇ ਜੋ ਕਮੇਟੀਆਂ ਨਹੀਂ ਬਣਾਈਆਂ ਤਾਂ ਜਿਹੜੀ ਸਰਕਾਰ 1.5 ਮਹੀਨੇ ਤੱਕ 5 ਮਹੀਨਿਆਂ ਤੱਕ ਇਹ ਕਹਿੰਦੀ ਰਹੀ ਵੀ ਉੱਥੇ ਕੋਈ ਗੱਲ ਨਹੀਂ ਹੋਈ, ਤੇ ਉਹਨੂੰ ਫਿਰ ਤੁਰੰਤ ਕਿਵੇਂ ਪਤਾ ਲੱਗਿਆ ਕਿ ਉਹ ਪੋਲੂਸ਼ਨ ਹੈ ਜੀ, ਇਸ ਲਈ ਅਸੀਂ ਇਹਨੂੰ ਬੰਦ ਕਰ ਦਿੰਦੇ ਆ। ਕੋਈ ਟੈਕਨੀਕਲ ਸਾਇੰਟੀਫਿਕ ਬੇਸ ਬਣਾਉਣਾ ਪਏਗਾ ਨਾ ਬੰਦ ਕਰਨ ਦਾ। ਉਹ ਜੇ ਨਹੀਂ ਬੰਦ ਕਰਾ ਰਹੇ, ਉਹ ਟ੍ਰਾਂਸਪੇਰੈਂਸੀ ਤਾਂ ਕਿਤੇ ਨਾ ਕਿਤੇ ਅੰਦਰ ਖਾਤੇ ਤੁਸੀਂ ਫੈਕਟਰੀ ਮਾਲਕ ਦੀ ਮਦਦ ਤਾਂ ਨਹੀਂ ਕਰ ਜਾਓਗੇ ਹੌਲੀ ਹੌਲੀ ਜਾ ਕੇ ਵੀ ਕੋਰਟ ਕੇ ਵੀ ਹੁਣ ਤੁਹਾਡੇ ਕੋਲ ਹੈ ਨਹੀਂ ਇਹ ਸਾਰਾ ਕੁਝ ਅਲੱਗ ਮਾਮਲਾ, ਚਲੋ ਜੀ ਫੈਕਟਰੀ ਖੋਲੋ ਜੀ। ਹੁਣ ਸਰਕਾਰ ਇਹ ਕਹੇ ਵੀ ਅਸੀਂ ਤਾਂ ਭਾਈ ਬੰਦ ਕਰਤਾ ਸੀ, ਹੁਣ ਕੀ ਕਰੀਏ, ਕੋਰਟ ਨੇ ਸਾਨੂੰ ਇਹ ਕਰਤਾ। ਪਰ ਦੇਖੋ ਅਜੇ 16 ਫਰਵਰੀ ਪਈ ਹੈ ਤਾਰੀਖ, ਤੇ 16 ਫਰਵਰੀ ਤੱਕ ਸਰਕਾਰ ਉੱਥੇ ਕੀ ਸਟੈਂਡ ਲੈਂਦੀ ਹੈ। ਅੱਜ ਤੱਕ ਕੋਰਟ 'ਚ ਸਰਕਾਰ ਨੇ ਫੈਕਟਰੀ ਦੇ ਅਗੇਂਸਟ ਕੋਈ ਸਟੈਂਡ ਨਹੀਂ ਲਿਆ, ਪਹਿਲੀ ਵਾਰ ਹੋਏਗਾ ਹੁਣ, ਕਿਉਂਕਿ ਚੀਫ ਮਿਨਿਸਟਰ ਦਾ ਹੁਕਮ ਹੈ। ਆਪਦੇ ਹੁਕਮ ਨੂੰ ਡਿਫੈਂਡ ਕਰਨ ਦੇ ਲਈ ਸਰਕਾਰ ਕੀ ਕੀ ਦਲੀਲ ਦਿੰਦੀ ਹੈ, ਇਹ ਸਰਕਾਰ ਦਾ ਐਟੀਟਿਊਡ ਪਤਾ ਲੱਗੂਗਾ ਪਬਲਿਕਲੀ ਲੋਕਾਂ ਨੂੰ। ਪਹਿਲੀ ਵਾਰ ਸੱਦ ਕੇ ਤਾਂ ਇਹਨਾਂ ਨੇ ਨਹੀਂ ਦੱਸਿਆ ਕਿ ਸਾਡੇ ਕੋਲ ਇਹ ਆਰਡਰ ਹੈ, ਔਰ ਚੰਗੀ ਗੱਲ ਇਹ ਹੈ ਸ਼ਾਇਦ ਇਦੋਂ ਪਹਿਲਾਂ ਉਹ ਆਰਡਰ ਸਰਕਾਰ ਉਹਨਾਂ ਬੰਦਿਆਂ ਨਾਲ ਜਿਹੜੇ ਸੰਘਰਸ਼ ਕਰ ਰਹੇ ਨੇ, ਉਹਨਾਂ ਦੀ ਲੀਡਰਸ਼ਿਪ ਉਹਦੇ ਨਾਲ ਸ਼ੇਅਰ ਕਰ ਲੇ, ਕਿਉਂਕਿ ਉੱਥੇ ਪਾਰਟੀ ਉਹ ਵੀ ਬਣੇ ਹੋਏ ਨੇ ਤਾਂ ਕਿ ਉਹਨਾਂ ਦਾ ਵਕੀਲ ਵੀ ਉਹਦੇ ਤੇ ਤਿਆਰੀ ਕਰ ਲੇ ਉਹ ਸਾਰੀਆਂ ਚੀਜ਼ਾਂ ਤੇ ਤੁਹਾਡੇ ਆਰਡਰ ਦੇ ਮੁਤਾਬਕ ਜਿਹੜੀਆਂ ਚੀਜ਼ਾਂ ਜਾਣਗੀਆਂ। ਪਰ ਇੱਕ ਗੱਲ ਕਲੀਅਰ ਹੈ, ਇਹ ਐਸਵਾਈਐਲ ਨਾਲ ਬੰਗ ਮਾਮਲਾ ਹੈ। ਫੈਕਟਰੀ ਦਾ ਚੱਲਣਾ ਚੁੱਲਣਾ ਹੁਣ ਬੜਾ ਔਖਾ, ਚਾਹੇ ਕਿਤੋਂ ਵੀ ਕੁਝ ਆਵੇ। ਜਦੋਂ ਇੱਕ ਵਾਰ ਤੁਸੀਂ ਇਹੋ ਜਿਹੇ ਫੈਸਲੇ ਕਰ ਦਿੰਦੇ ਹੋ ਨਾ, ਮੁੜ ਕੇ ਪਬਲਿਕ ਵੇਗ ਜਿਹੜਾ ਹੁੰਦਾ, ਪਬਲਿਕ ਭਾਵਨਾਵਾਂ ਹੁੰਦੀਆਂ ਨੇ, ਉਹ ਹੋਰ ਰੰਗ ਤੇ ਲੈ ਜਾਂਦੀਆਂ ਨੇ। ਨਾ ਇੱਥੇ ਮੋਗੇ ਦਾ ਰੀਗਲ ਸਿਨੇਮਾ ਚੱਲਿਆ 72 ਚ, ਜਿਹੜਾ ਇੱਕ ਵਾਰ ਸੀ ਬੜੇ ਟਰਾਈ ਕੀਤੀ ਬੜੇ ਬੜੀਆਂ ਚੀਜ਼ਾਂ ਚ, ਨਾ ਇਹ ਹੋਇਆ ਉਹ। ਪਰ ਕਿਉਂ ਇੰਨੀ એનર્ਜੀ ਵੇਸਟ ਕਰਾਉਣੀ ਹੈ, ਬੈਠ ਕੇ ਕੋਈ ਗੱਲ ਕਰ ਲਓ ਤੇ ਆਪਸ ਚ ਨਿਬੇੜ ਲਓ। ਇੰਡਸਟਰੀਲਿਸਟ ਨੂੰ ਵੀ ਕਹੋ ਅੰਦਰ ਖਾਤੇ ਬਥੇਰੇ ਫਾਇਦੇ ਹੋਰ ਕਿਤੇ ਦੇ ਲਓ, ਇੱਧਰ ਉੱਧਰ ਦਿੰਦੇ ਹੀ ਰਹਿੰਦੇ ਹੋ ਤਾਂ ਕਿ ਟਕਰਾਅ ਲਗਾਤਾਰ ਇੰਨਾ ਲੰਮਾ ਨਾ ਚੱਲੇ। ਭਾਸਕਰ ਸਾਹਿਬ ਕੁਝ ਕਹਿਣਾ ਚਾਹ ਰਹੇ ਆ? ਵੈਸੇ ਮੁੱਖ ਮੰਤਰੀ ਸਾਹਿਬ ਨੇ ਇਹ ਗੱਲ ਉਦੋਂ ਕਹਿਤੀ ਸੀ ਵੀ ਅਸੀਂ ਕਾਨੂੰਨੀ ਪੱਖ ਵਿਚਾਰ ਲਿਆ, ਬਾਕੀ ਅਸੀਂ ਸਾਰੀਆਂ ਗੱਲਾਂ ਦੇਖ ਲਈਆਂ, ਕੁਝ ਨਾ ਕੁਝ ਤਾਂ ਕੀਤਾ ਹੋਊਗਾ, ਕੋਈ ਟੈਕਨੀਕਲ ਆਧਾਰ ਰਹੇ ਹੋਣਗੇ ਇੰਡਸਟਰੀਅਲ ਨੀਤੀ ਦੇ ਤਹਿਤ ਜਦੋਂ ਇਹ ਸਾਈਨ ਹੁੰਦੇ ਆ ਐਗਰੀਮੈਂਟ ਜਾਂ ਜੋ ਵੀ ਸ਼ਰਤਾਂ ਦੇ ਤਹਿਤ ਇਸ ਤਰ੍ਹਾਂ ਦੀ ਇੰਡਸਟਰੀ ਲੱਗਦੀ ਆ, ਪੂਰੀ ਤਿਆਰੀ ਤਾਂ ਕੀਤੀ ਹੋਊਗੀ ਸਰਕਾਰ ਨੇ। ਅਦਰਵਾਈਜ਼ ਜੇਕਰ ਕੇਸ ਡਿੱਗਦਾ ਹੈ, ਸਰਕਾਰ ਇਹਦੇ ਵਿੱਚ ਬੈਕਫੁੱਟ ਤੇ ਜਾਂਦੀ ਆ, ਤਾਂ ਲੋਕ ਇਹਦੇ ਤੇ ਸ਼ੱਕ ਕਰਨਗੇ ਕਿ ਕਿਤੇ ਇਹ ਗੇਮ ਮਿਲ ਕੇ ਤਾਂ ਨਹੀਂ ਖੇਡੀ ਜਾ ਰਹੀ। ਜੀ ਭਾਸਕਰ ਸਾਹਿਬ, ਪਿਛਲੇ ਦਿਨਾਂ ਦੇ ਵਿੱਚ ਇਸ ਮੁੱਦੇ ਤੇ ਕੋਰਟ ਦੇ ਵਿੱਚ ਹੀਅਰਿੰਗ ਸੀਗੀ ਔਰ ਸਾਰੀ ਅਫਸਰਸ਼ਾਹੀ ਕੋਰਟ ਦੇ ਵਿੱਚ ਉਸ ਕੰਟੈਂਪਟ ਆਫ ਕੋਰਟ ਦੀ ਜਿਹੜੀ ਕਾਰਵਾਈ ਦੀ ਧਮਕੀ ਕਹਿ ਲਓ ਜਾਂ ਇੱਕ ਆਰਡਰ ਕੀਤਾ ਗਿਆ ਸੀਗਾ, ਉਹ ਉੱਥੇ ਪੇਸ਼ ਹੋ ਕੇ ਇਹ ਗੱਲ ਦਰਸਾਉਣ ਦੀ ਕੋਸ਼ਿਸ਼ ਕਰ ਰਹੀ ਸੀ ਵੀ ਅਸੀਂ ਕਾਰਵਾਈ ਕਰਕੇ ਫੈਕਟਰੀ ਨੂੰ ਖੁਲਾਤਾ ਹੈ। ਔਰ ਉਹਨਾਂ ਦਿਨਾਂ ਦੇ ਵਿੱਚ ਹੀ ਆਰਡਰ ਜਿਹੜਾ ਮੁੱਖ ਮੰਤਰੀ ਦਾ ਆਇਆ ਕਿ ਵੀ ਇਹਨੂੰ ਬੰਦ ਕਰਨ ਦੇ ਹੁਕਮ ਦਿੱਤੇ ਜਾਣੇ ਨੇ। ਜਿਹੜੀ ਹੁਣ ਫਰਵਰੀ 12 ਦੀ ਇਹ ਡੇਟ ਪਈ ਹੈ, ਫਰਵਰੀ 12 ਦੇ ਵਿੱਚ ਇਸ ਗੱਲ ਨੂੰ ਡਿਸੀਜਨ ਹੋਏਗਾ ਕਿ ਜਿਹੜੇ ਜਿਸ ਗੱਲ ਕਰਕੇ 20 ਕਰੋੜ ਦਾ ਜੁਰਮਾਨਾ ਪਿਆ ਸੀਗਾ, ਉਸ ਜੁਰਮਾਨੇ ਤੋਂ ਭਰਨ ਤੋਂ ਬਾਅਦ ਕੀ ਪ੍ਰਸ਼ਾਸਨ ਨੇ ਉਹ ਫੈਕਟਰੀ ਖੁਲਵਾਈ। ਹੁਣ ਇਸ ਆਰਡਰ ਜਿਹੜੇ ਮੁੱਖ ਮੰਤਰੀ ਦਾ ਆਰਡਰ ਹੈ, ਇਹਦਾ ਤਾਂ ਕੋਈ ਜ਼ਿਕਰ ਹਜੇ ਤੱਕ ਕੋਰਟਾਂ ਦੇ ਵਿੱਚ ਨਹੀਂ ਹੋਇਆ। ਔਰ ਉਸ ਤੋਂ ਪਹਿਲੇ ਜੀਰੇ ਦੀ ਫੈਕਟਰੀ ਨੇ ਉਸ ਕੋਰਟ ਦੇ ਉਸ ਮੁੱਖ ਮੰਤਰੀ ਉਹਨਾਂ ਦੇ ਆਰਡਰ ਨੂੰ ਚੈਲੰਜ ਕਰਤਾ। ਹੁਣ ਇਹ ਗੱਲ ਕਿਸ ਪਾਸੇ ਜਾਏਗੀ? ਫਰਵਰੀ 16 ਦੀ ਗੱਲ ਹਮੀਰ ਸਿੰਘ ਜੀ ਕਰ ਰਹੇ ਨੇ, ਫਰਵਰੀ 12 ਨੂੰ ਕੰਟੈਂਪਟ ਆਫ ਕੋਰਟ ਦੀ ਜਿਹੜੀ ਕਾਰਵਾਈ ਹੈ ਉਹਦੀ ਵੀ ਇੱਕ ਸੁਣਵਾਈ ਹੈਗੀ ਹੈ। ਜੀਰੇ ਦੇ ਮੁੱਦੇ ਤੇ ਸਰਕਾਰ
ਇਸ ਤਰੀਕੇ ਨਾਲ ਲੱਗਦੇ ਜਿਸ ਤਰ੍ਹਾਂ ਕੋਈ ਸਰਕਸ ਦੀ ਚੱਲ ਰਹੀ ਹੈ, ਬੰਦ ਕਰ ਦੋ, ਖੋਲ ਦੋ, 17 ਦਸੰਬਰ ਨੂੰ ਤੇਜ਼ੀ ਆਉਂਦੀ ਹੈ, ਫੜ ਲਓ ਹੋ ਜਾਂਦਾ ਹੈ। ਪਰ ਮੈਨੂੰ ਇਹ ਲੱਗਦਾ ਹੈ ਕਿ ਇਸ ਮੁੱਦੇ ਦੇ ਉੱਤੇ ਕਾਨੂੰਨੀ ਤੌਰ ਤੇ ਕੀ ਸਹੀ ਹੈ ਕੀ ਗਲਤ ਹੈ, ਇਹਦੇ ਉੱਤੇ ਸਰਕਾਰ ਜ਼ਰੂਰ ਕੋਈ ਨਿੱਠ ਕੇ ਡਿਸੀਜਨ ਲੈ ਰਹੀ ਹੋਏਗੀ, ਜਿਹਦੇ ਕਰਕੇ ਜੀਰਾ ਫੈਕਟਰੀ ਦੇ ਸਾਹਮਣੇ ਹਜੇ ਤੱਕ ਪ੍ਰਦਰਸ਼ਨ ਜਾਰੀ ਹੈ। ਸਰਕਾਰ ਫੇਲ ਹੋਈ ਹੈ ਆਪਣੇ ਹੀ ਦਿੱਤੇ ਹੋਏ ਆਰਡਰ ਨੂੰ ਜਾਂ ਆਪਣੇ ਬੰਦ ਕਰਨ ਦੇ ਹੁਕਮ ਨੂੰ ਰਿਟਨ ਦੇ ਵਿੱਚ ਦੇਣ ਦੇ ਕਰਕੇ। ਇਹਦੇ ਵਿੱਚ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਕੋਈ ਨਾ ਕੋਈ ਲਫੜਾ ਹੈਗਾ, ਜਿਹਦੇ ਕਰਕੇ ਸਰਕਾਰ ਹਜੇ ਤੱਕ ਨਹੀਂ ਕਰ ਪਾਈ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ।